ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਅਕਾਲ ਮੂਰਤ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੈ ਉਬਰੈ ਤੈ ਲਿਹੋ ਉਬਾਰ ਸਿਰ ਮਸਤਕ ਰਖਿਆ ਪਾਰ ਬ੍ਰਹਮੰ ਹਸਤ ਕਾਇਆ ਰਖਿਆ ਪਰਮੇਸ਼ਰ ਹੈ ਆਤਮ ਰਖਿਆ ਗੋਪਾਲ ਸੁਆਮੀ ਧਨ ਚਰਨ ਰਖਿਆ ਜਗਦੀਸ਼ਵਰ ਹੈ ਸਰਬ ਰਖਿਆ ਗੁਰ ਦਇਆਲ ਹੈ ਭੈ ਦੁਖ ਵਿਨਾਸਨ ਹੈ ਭਗਤ ਵਛਲ ਅਨਾਥ ਨਾਥੇ ਸਰਨ ਨਾਨਕ ਪੁਰਖ ਅਚੁੱਤ ਹੈ ਹਮੇ ਦ੍ਰਿਸ਼ਟ ਸ਼ੋਭ ਕਰੈ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰਹਿ ਖੋਵੈ ਗੁਰ ਨਵ ਨਿਧ ਦਰਿਆਉ ਜਨਮ ਹਮ ਕਾਲਖ ਧੋਵੈ ਸੱਜਣ ਸੱਚਾ ਪਾਤ ਸਾਹੁ ਸਿਰ ਸਾਹੰਦੈ ਸਾਹੁ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵਿਸਾਹੁ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵਿਸਾਹੁ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਸਾ ਗਜ ਸਾਢੇ ਤੈ ਤੈ ਧੋਤੀਆਂ ਤੇਰੇ ਪਾਇਨ ਤੱਗ ਗਲੀ ਜਿੰਨਾ ਜਪ ਮਾਲੀਆ ਲੋਟੇ ਹੱਥ ਨਿਬੱਗ ਓਏ ਹਰ ਕੇ ਸੰਤ ਨਾ ਆਖੀਐ ਬਾਨਾਰਸ ਕੇ ਠੱਗ ਗਜ ਸਾਢੇ ਤੈ ਤੈ ਧੋਤੀਆ ਤੇਰੇ ਪਾਇਨ ਤੱਗ ਗਲੀ ਜਿੰਨਾ ਜਪ ਮਾਲੀਆ ਲੋਟੇ ਹੱਥ ਨਿਬੱਗ ਓਏ ਹਰ ਕੇ ਸੰਤ ਨਾ ਆਖੀਐ ਬਾਨਾਰਸ ਕੇ ਠੱਗ
ਆਸਾ ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨ ਤੱਗ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਗੁਰਤਾ ਗੱਦੀ ਉਪਰ ਬਿਰਾਜਮਾਨ, ਪਤਤ ਪਾਵਨ ਭਗਤ ਵਛਲ, ਕਰੁਣਾ ਨਿਧਾਨ, ਅੰਤਰਜਾਮੀ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੀ ਗੁਰੂ ਖਾਲਸਾ ਸਤ ਸੰਗੀ ਜਨੋ, ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹਾਂ ਜੋ ਕਿ ਗੁਰਦੁਆਰਾ ਬਾਬਾ ਗਾਂਧਾ ਸਿੰਘ ਬਰਨਾਲਾ ਵਿਖੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਵਡਭਾਗੇ ਆ, ਹਰ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਜਾਂਦੇ ਆ। ਸਜੇ ਹੋਏ ਦੀਵਾਨਾਂ ਦੇ ਅੰਦਰ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੀ ਪ੍ਰਕਾਸ਼ ਦੀ ਸੇਵਾ ਤੋਂ ਉਪਰੰਤ ਪੰਜਾਂ ਬਾਣੀਆਂ ਦੇ ਨਿਤਨੇਮ ਦੇ ਜਾਪ, ਸ੍ਰੀ ਆਸਾ ਜੀ ਦੀ ਵਾਰ ਦੇ ਹਰ ਜਸ ਕੀਰਤਨ, ਹਜੂਰੀ ਰਾਗੀ ਭਾਈ ਸਾਹਿਬ ਭਾਈ ਲਖਵੀਰ ਸਿੰਘ ਉਹਨਾਂ ਦੇ ਜਥੇ ਪਾਸੋਂ ਬੜੀ ਸ਼ਰਧਾ ਦੇ ਨਾਲ, ਬੜੇ ਪ੍ਰੇਮ ਦੇ ਨਾਲ ਪਾਵਨ ਪਵਿੱਤਰ ਕੀਰਤਨ ਹਰ ਜਸ ਗਰੀਬ ਨਵਾਜ ਸਤਿਗੁਰੂ ਦਾ ਸ਼ਰਵਣ ਕੀਤਾ ਹੈ। ਦੂਰ ਦਰੇਡਿਆਂ ਤੋਂ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਜਿੱਥੇ ਸੰਗਤਾਂ ਨਾਨਕ ਨਾਮ ਲੇਵਾ ਸੰਗਤਾਂ ਵਸਦੀਆਂ, ਅੱਜ ਵੀਕੇ ਵੈਬ ਟੀਵੀ ਤੇ ਜੋ ਲਾਈਵ ਚੱਲ ਰਿਹਾ ਹੈ ਉਥੇ ਵੀ ਸੰਗਤਾਂ ਭਾਈ ਕਥਾ ਵਿਚਾਰ ਸ਼ਰਵਣ ਕਰ ਰਹੀਆਂ। ਵਡਭਾਗੇ ਆ, ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਹੈ, ਵਡਭਾਗੀ ਹਰ ਸੰਗਤ ਪਾਵੈ, ਭਾਗਹੀਨ ਭ੍ਰਮ ਚੋਟਾ ਖਾਵੈ, ਵਿਣ ਭਾਗਾਂ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਟੁੱਟ ਕੇ ਸਾਡੇ ਤੇ ਕਿਰਪਾ ਕੀਤੀ ਹੈ, ਅੰਮ੍ਰਿਤ ਵੇਲੇ ਦੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹੈ। ਸੋ ਹਰ ਰੋਜ਼ ਦੀ ਤਰ੍ਹਾਂ ਲੜੀਵਾਰ ਕਥਾ ਪ੍ਰਾਰੰਭ ਹੈ, ਜਿਸ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਪਾਵਨ ਪਵਿੱਤਰ ਕਥਾ ਜੋ ਆਸਾ ਰਾਗ ਦੇ ਵਿੱਚ ਭਗਤਾਂ ਦੀ ਬਾਣੀ ਹੈ। ਆਸਾ ਰਾਗ ਦੇ ਜਿਹੜਾ ਕੱਲ ਪਹਿਲਾ ਸ਼ਬਦ ਆਪਾਂ ਸ਼ਰਵਣ ਕੀਤਾ ਸੀ, ਅੱਜ ਦੂਸਰੇ ਸ਼ਬਦ ਦੀ ਕਥਾ ਹੈ। ਭਾਈ ਮਨ ਬਿਰਤੀਆਂ ਇਕਾਗਰ ਕਰੀਏ, ਪਾਵਨ ਪਵਿੱਤਰ ਕਥਾ ਵਿਚਾਰਾਂ ਦੇ ਨਾਲ ਜੁੜੀਏ। ਕਥਾ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਦਾਸ ਦੀ ਹਾਜ਼ਰੀ, ਆਪਣੀ ਹਾਜ਼ਰੀ ਗੁਰੂ ਚਰਨਾਂ ਦੇ ਵਿੱਚ ਲਵਾਓ। ਜਿੱਥੇ ਆਪ ਸੰਗਤ ਸਰੀਰ ਕਰਕੇ ਸੰਗਤ ਦੇ ਵਿੱਚ ਸੁਸ਼ੋਭਿਤ ਹੋ, ਉੱਥੇ ਮਨ ਦੀਆਂ ਵੀ ਹਾਜ਼ਰੀਆਂ ਲਵਾਈਏ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਇੱਕ ਵਾਰੀ ਸਾਰੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਗਜ ਸਾਢੇ ਤੈ ਤੈ ਧੋਤੀਆਂ ਤਿਹਰੇ ਪਾਇਨ ਤੱਗ। ਸੋ ਜਿਸ ਵਕਤ ਭਗਤ ਕਬੀਰ ਸਾਹਿਬ ਜੀ ਸਾਧ ਸੰਗਤ ਕਾਂਛੀ ਦੇ ਵਿੱਚ ਰਹਿੰਦੇ ਸਨ, ਸੰਗਤ ਆਈ ਹੈ ਭਗਤ ਜੀ ਦੇ ਤਾਈਂ ਦਰਸ਼ਨਾਂ ਦੇ ਵਾਸਤੇ। ਜਦੋਂ ਦਰਸ਼ਨਾਂ ਦੇ ਵਾਸਤੇ ਸੰਗਤ ਆ ਰਹੀ ਹੈ, ਰਸਤੇ ਵਿੱਚ ਠੱਗਾਂ ਦਾ ਇੱਕ ਟੋਲਾ ਹੈ। ਉਹਨਾਂ ਦਾ ਲਿਬਾਸ ਸੰਤਾਂ ਮਹਾਂਪੁਰਖਾਂ ਵਾਲਾ ਹੈ।
ਅਤੇ ਹੈ ਅੰਦਰੋਂ ਉਹ ਠੱਗ ਹੈ। ਸੰਗਤ ਆਉਂਦੀ ਹੈ, ਸਭ ਕੁਝ ਲੁੱਟ ਲੈਂਦੇ ਐ। ਇੱਕ ਸੰਗਤ ਆਈ ਹੈ, ਭਗਤ ਕਬੀਰ ਜੀ ਦੇ ਤਾਈਂ ਬੇਨਤੀ ਕਰ ਰਹੀ ਹੈ, ਮਹਾਰਾਜ ਜਿਸ ਵਕਤ ਅਸੀਂ ਰਸਤੇ ਦੇ ਵਿੱਚ ਆ ਰਹੇ ਸਾਂ, ਮਹਾਰਾਜ ਉਹਨਾਂ ਦਾ ਲਿਬਾਸ ਸੰਤਾਂ ਵਾਲਾ ਸੀ, ਪਰ ਉਹਨਾਂ ਠੱਗਾਂ ਨੇ ਸਾਡਾ ਸਭ ਕੁਝ ਧਨ ਦੌਲਤ ਲੁੱਟ ਲਿਆ। ਅਤੇ ਭਗਤ ਜੀ ਜਦੋਂ ਉਹਨਾਂ ਦੇ ਲਿਬਾਸ ਬਾਰੇ ਪੁੱਛਦੇ ਆ ਕਿ ਉਹਨਾਂ ਨੇ ਕੀ ਕੀ ਸਰੀਰ ਦੇ ਉੱਪਰ ਤਨ ਦੇ ਉੱਪਰ ਪਹਿਨਿਆ ਹੋਇਆ ਸੀ, ਤਾਂ ਇੱਥੇ ਸੰਗਤ ਦੱਸ ਰਹੀ ਹੈ ਭਗਤ ਕਬੀਰ ਜੀ ਦੇ ਤਾਈਂ ਜੋ ਕੁਝ ਦੱਸਦੇ ਹੈ ਉਹ ਭਗਤ ਕਬੀਰ ਜੀ ਆਪਣੀ ਬਾਣੀ ਦੇ ਵਿੱਚ ਲਿਖ ਰਹੇ ਹੈ। ਅਸਲ ਦੇ ਅੰਦਰ ਭਾਵੇਂ ਉਸ ਵਕਤ ਦਾ ਸਾਧ ਸੰਗਤ ਇਤਿਹਾਸ ਭਗਤ ਜੀ ਲਿਖ ਰਹੇ ਹੈ ਕਿ ਇਹ ਸਮੇਂ ਦੇ ਵਿੱਚ ਆਹ ਕੁਝ ਹੋ ਰਿਹਾ ਹੈ, ਸੰਤਾਂ ਵਾਲਾ ਲਿਬਾਸ ਹੈ, ਠੱਗ ਚੋਰੀ ਹੋ ਰਹੀ ਹੈ, ਠੱਗੀਆਂ ਹੋ ਰਹੀਆਂ ਨੇ, ਪਰ ਅੱਜ ਦਾ ਸਮਾਂ ਵੀ ਉਸੇ ਤਰ੍ਹਾਂ ਹੀ ਢੁੱਕ ਰਿਹਾ ਹੈ। ਭਗਤ ਜੀ ਦੇ ਤਾਈਂ ਉਹਨਾਂ ਗੁਰਮੁਖਾਂ ਨੇ ਸੰਗਤ ਨੇ ਬੇਨਤੀ ਕੀਤੀ ਹੈ, ਮਹਾਰਾਜ ਗੱਜ ਸਾਢੇ ਤੈ ਤੈ ਧੋਤੀਆਂ ਤੇਹਰੇ ਪਾਇਨ ਤੱਗ। ਧੋਤੀਆਂ ਮਹਾਰਾਜ ਉਹਨਾਂ ਨੇ ਸਾਢੇ ਤੈ ਤੈ, ਸਾਢੇ ਤੈ ਤੈ ਦਾ ਭਾਵ ਹੁੰਦਾ 3.5 ਗੱਜ ਦੀਆਂ ਧੋਤੀਆਂ ਸਰੀਰ ਦੇ ਉੱਪਰ ਪਹਿਨੀਆਂ ਹੋਈਆਂ ਨੇ। ਪਿਛਲੇ ਸਮੇਂ ਤੇ ਅੱਜ ਦੇ ਸਮੇਂ ਦੇ ਗੱਜ ਦਾ ਭਾਈ ਫਰਕ ਹੈ। ਪਿਛਲੇ ਸਮੇਂ ਦਾ ਜਿਹੜਾ ਗੱਜ ਹੋਇਆ ਕਰਦਾ ਸੀ ਉਹ 2 ਗਿੱਠਾਂ ਦਾ ਹੁੰਦਾ ਸੀ, 2 ਹੱਥਾਂ ਦਾ ਹੁੰਦਾ ਸੀ, ਪਰ ਅੱਜ ਦਾ ਜਿਹੜਾ ਗੱਜ ਹੈ ਉਹ ਅੰਗਰੇਜ਼ੀ ਦੇ ਵਿੱਚ 3 ਫੁੱਟ ਦਾ ਹੋ ਗਿਆ ਹੈ। ਵੱਖਰਾ ਵੱਖਰਾ ਗੱਜ ਹੈ। ਇਸ ਕਰਕੇ ਭਗਤ ਜੀ ਕਹਿੰਦੇ ਗੱਜ ਸਾਢੇ ਤੈ ਤੈ ਧੋਤੀ ਆ ਤੇਹਰੇ ਪਾਇਨ ਤੱਗ। ਮਹਾਰਾਜ ਉਹਨਾਂ ਦੇ ਤੀਰੇ ਜਿਹੜੇ ਤੱਗ ਪਹਿਨੇ ਹੋਏ ਸੀ, ਤੱਗ ਭਾਵ ਜਨੇਊ ਪਹਿਨੇ ਹੋਏ ਸਨ। ਊਂ ਸਾਧ ਸੰਗਤ ਜੋ ਜਨੇਊ ਦੇ 2 ਤੰਦਾਂ ਹੁੰਦੀਆਂ, ਪਰ ਜਿਸ ਵਕਤ ਕਹਿੰਦੇ ਆ ਕਿ 2 ਤੰਦਾਂ ਟੁੱਟ ਜਾਣ, ਕਈ ਐਸੇ ਹੁੰਦੇ ਆ 3 ਤੰਦਾਂ ਵਾਲਾ ਜਿਹੜਾ ਤੱਗ ਪਹਿਨਦੇ ਆ, ਜਨੇਊ ਪਹਿਨਦੇ ਆ ਕਿ ਇੱਕ ਬਚ ਜਾਵੇ। ਜਿੰਨਾ ਚਿਰ ਉਹ ਟੁੱਟਦਾ ਉਹਨੇ ਨੂੰ ਉਹ ਹੋਰ ਜਨੇਊ ਪਾ ਲੈਂਦੇ ਆ। ਭਗਤ ਜੀ ਦਾ ਇਹ ਕਥਨ ਹੈ ਕਿ ਤੇਹਰੇ ਪਾਇਨ ਤੱਗ। ਸੰਗਤ ਭਗਤ ਜੀ ਦੇ ਤਾਈਂ ਦੱਸ ਰਹੀ ਹੈ ਕਿ ਮਹਾਰਾਜ ਤੀਜੇ ਭਾਵ 3 ਤੰਦਾਂ ਵਾਲੇ ਉਹਨਾਂ ਨੇ ਤੱਗ ਪਹਿਨੇ ਹੋਏ ਸੀ, ਜਨੇਊ ਪਾਏ ਹੋਏ ਸਨ। ਗਲੀ ਜਿੰਨਾ ਜਪ ਮਾਲੀਆ ਲੋਟੇ ਹੱਥ ਨਿਬੱਗ। ਮਹਾਰਾਜ ਗਲੀ ਜਿਨ੍ਹਾਂ ਦੇ ਗਲਾਂ ਵਿੱਚ ਜਪ ਮਾਲੀਆਂ, ਜਪਣ ਵਾਲੀਆਂ ਮਾਲਾ ਪਹਿਨੀਆਂ ਹੋਈਆਂ ਸੀ। ਗਰੀਬ ਨਵਾਜ ਭਗਤ ਜੀ ਦੱਸ ਰਹੇ ਹੈ, ਉਹੀ ਇੱਥੇ ਦੱਸ ਰਹੇ ਹੈ ਕਿ ਲੋਟੇ ਹੱਥ ਨਿਬੱਗ। ਨਿਬੱਗ ਭਾਵ ਨੇ ਵਿਸ਼ੇਸ਼ ਕਰਕੇ ਬੱਗ ਬਗਲੇ ਵਾਂਗ ਜਿਹੜੇ ਚਿੱਟੇ ਨਿਬੱਗ ਚਮਕਦੇ ਹੋਏ ਉਹਨਾਂ ਦੇ ਹੱਥਾਂ ਦੇ ਵਿੱਚ ਲੋਟੇ ਪਕੜੇ ਹੋਏ ਸਨ। ਇਸ ਤਰ੍ਹਾਂ ਸੱਚੇ ਪਾਤਸ਼ਾਹ ਭਗਤ ਜੀ ਦੱਸ ਰਹੇ ਆ ਕਿ ਉਹਨਾਂ ਦੇ ਗਲਾਂ ਦੇ ਵਿੱਚ ਤਾਂ ਜਪਮਾਲੀਆਂ ਪਾਈਆਂ ਹੋਈਆਂ ਸੀ। ਫਿਰ ਬੇਨਤੀ ਕੀਤੀ, ਮਹਾਰਾਜ ਤੁਸੀਂ ਕਹਿੰਦੇ ਹੋ ਉਹ ਸੰਤ ਨਹੀਂ ਹੋ ਸਕਦੇ, ਤਾਂ ਹੋਰ ਕੌਣ ਹੈ? ਹੋਰ ਸੰਤ ਕਿਹੜੇ ਹੁੰਦੇ ਐ? ਭਗਤ ਜੀ ਕਹਿੰਦੇ ਗਲੀ ਜਿੰਨਾ ਜਪਮਾਲੀਆਂ, ਜਿਨ੍ਹਾਂ ਦੀਆਂ ਗੱਲੀ ਦਾ ਭਾਵ ਹੈ ਗੱਲਾਂ ਨੂੰ ਹੀ ਜਿਨ੍ਹਾਂ ਨੇ ਜਪਮਾਲੀਆਂ ਭਾਵ ਜਪਣੇ ਵਾਲੀਆਂ ਮਾਲਾ ਬਣਾ ਲਿਆ। ਜਿਹੜੇ ਗੱਲਾਂ ਦੇ ਵਿੱਚ ਹੀ ਮਾਲਾ ਜਪਦੇ ਐ, ਭਾਵ ਗੱਲਾਂ ਕਰਦੇ ਐ ਤਾਂ ਵੀ ਵਾਹਿਗੁਰੂ ਦਾ ਸਿਮਰਨ ਕਰਦੇ ਐ, ਕਿਸੇ ਨਾਲ ਕੋਈ ਗੱਲ ਕਰਦੇ ਐ ਤਾਂ ਵੀ ਗੁਰੂ ਦੀ ਗੱਲ ਕਰਦੇ ਐ, ਨਾਮ ਦੀ ਗੱਲ ਕਰਦੇ ਐ, ਆਪਣੀਆਂ ਗੱਲਾਂ ਨੂੰ ਹੀ ਮਾਲਾ ਬਣਾ ਲਿਆ ਹੈ। ਇਸੇ ਤਰ੍ਹਾਂ ਲੋਟੇ ਹੱਥ ਨਿਬੱਗ, ਉਹਨਾਂ ਨੇ ਆਪਣੇ ਜਿਹੜੇ ਹੱਥ ਨੇ ਵਿਕਾਰਾਂ ਵੱਲੋਂ ਨਿਬੱਗ ਰੋਕ ਰੱਖੇ ਐ। ਨਿਬੱਗ ਉਹ ਨਿਬੱਗ ਜਿਹੜਾ ਸਾਧ ਸੰਗਤ ਆਪਣੇ ਹਿਰਦੇ ਨੂੰ ਨੇ ਵਿਸ਼ੇਸ਼ ਕਰਕੇ ਬਗਲੇ ਵਰਗਾ ਬਣਾ ਲਿਆ ਹੈ। ਹੋਏ ਹਰ ਕੇ ਸੰਤ ਨਾ ਆਖੀ ਹੈ ਬਾਨਾ ਰਸ ਕੇ ਠੱਗ। ਹੁਣ ਭਗਤ ਜੀ ਜਿਹੜੇ ਠੱਗਾਂ ਦੀ ਬਾਬਤ ਪਹਿਲਾਂ ਕਥਨ ਕਰਦੇ ਆ ਕਿ ਓਏ ਹਰ ਕੇ ਸੰਤ ਨਾ ਆਖੀ ਹੈ। ਐ ਗੁਰਮੁਖੋ, ਉਹਨਾਂ ਨੂੰ ਹਰੀ ਦੇ ਸੰਤ ਨਹੀਂ ਆਖਿਆ ਜਾਂਦਾ। ਮਹਾਰਾਜ ਕਿਉਂ ਨਹੀਂ ਆਖਿਆ ਜਾਂਦਾ? ਕਹਿੰਦੇ ਉਹ ਤਾਂ ਭਾਈ ਬਾਨਾਰਸ ਕੇ ਠੱਗ ਹੈ, ਭਾਵ ਬਾਨਾਰਸ ਕਾਂਸ਼ੀ ਦਾ ਨਾਮ ਹੈ।
ਜਿਹੜੀ ਕਾਂਛੀ ਸਾਧ ਸੰਗਤ ਜਿੱਥੇ ਵਿਦਿਆ ਪੜ੍ਹਾਈ ਜਾਂਦੀ ਸੀ, ਵਿਦਿਆ ਦੇ ਵਿੱਚ ਸਭ ਤੋਂ ਉੱਤਮ ਮੰਨੀ ਜਾਂਦੀ ਹੈ। ਕਾਂਛੀ ਦੇ ਵਿੱਚ ਪਹਿਲਾਂ ਵਿਦਵਾਨ ਬੜੇ ਹੋਇਆ ਕਰਦੇ ਸਨ, ਤੇ ਉਹੀ ਕਾਂਛੀ ਈਰਖਾ ਦੇ ਨਾਲ ਭਰੀ ਪਈ ਸੀ, ਕੋਈ ਪੜਾਉਂਦਾ ਨਹੀਂ ਸੀ, ਅਤੇ ਚੋਰ ਠੱਗ ਉੱਥੇ ਬਹੁਤ ਜ਼ਿਆਦਾ ਹੋਏ ਆ। ਇਸ ਕਰਕੇ ਭਗਤ ਜੀ ਕਹਿ ਰਹੇ ਆ ਕਿ ਬਾਨਾਰਸ ਕੇ ਠੱਗ, ਉਹ ਤਾਂ ਬਾਨਾਰਸ ਕੇ ਭਾਵ ਕਾਂਛੀ ਦੇ ਠੱਗ ਮੰਨੇ ਜਾਂਦੇ ਆ। ਓਏ ਹਰ ਕੇ ਸੰਤਨ ਆਖੀਐ ਹੈ, ਤੇ ਮਹਾਰਾਜ ਹੋਰ ਫਿਰ ਸੰਤ ਕਿਹਨਾਂ ਨੂੰ ਆਖੀਏ? ਤੇ ਭਗਤ ਜੀ ਕਹਿੰਦੇ ਭਾਈ ਜਿਨ੍ਹਾਂ ਨੇ ਆਪਣੀਆਂ ਗੱਲਾਂ ਹੀ ਮਾਲਾ ਬਣਾ ਲਈਆਂ ਹਨ, ਗੱਲਾਂ ਦੇ ਨਾਲ ਹੀ ਵਾਹਿਗੁਰੂ ਦਾ ਸਿਮਰਨ ਕਰਦੇ ਆ, ਜਾਪ ਜਪਦੇ ਆ, ਓਏ ਹਰ ਕੇ ਸੰਤਨ ਆਖੀਐ, ਉਹਨਾਂ ਨੂੰ ਹਰੀ ਦੇ ਸੰਤਨ ਆਖੀਐ ਆਖਿਆ ਜਾਂਦਾ ਹੈ। ਪਾਠ ਤਾਂ ਹਰ ਕੇ ਸੰਤ ਨਾ ਆਖੀਐ ਹੀ ਕਰਨਾ, ਪਰ ਅਰਥ ਵਾਸਤੇ ਹੈ ਸਾਧ ਸੰਗਤ ਸੰਤਨ ਆਖੀਐ ਹੈ ਪਾਠ ਹੈ ਕਿ ਉਹਨਾਂ ਨੂੰ ਹਰੀ ਦੇ ਸੰਤ ਆਖੀਐ ਹੈ ਆਖਿਆ ਜਾਂਦਾ ਹੈ। ਅਤੇ ਬਾਨਾਰਸ ਕੇ ਠੱਗ, ਬਾਨਾ ਰਸ, ਪਹਿਲਾਂ ਤਾਂ ਜਿਹੜੇ ਸੰਤ ਸੀ ਜਿਹੜੇ ਠੱਗ ਬਣੇ ਹੋਏ ਸੀ, ਬਾਨਾ ਅਤੇ ਬਣਾਏ ਹੋਏ ਰਸ, ਰਸੇ ਜਿਹੜੇ ਵਿਸ਼ੇ ਵਿਕਾਰਾਂ ਦੇ ਵਿੱਚ ਠੱਗ ਠੱਗੇ ਹੋਏ ਸੀ, ਇਹ ਤਾਂ ਵਿਸ਼ੇ ਵਿਕਾਰਾਂ ਨੇ ਠੱਗੇ ਹੋਏ ਸੀ। ਪਰ ਜਿਹੜੇ ਸੰਤ ਮਹਾਂਪੁਰਖ ਅਸਲ ਹੁੰਦੇ ਐ, ਉਹਨਾਂ ਨੇ ਵਿਸ਼ੇ ਵਿਕਾਰਾਂ ਨੂੰ ਭਾਈ ਠੱਗ ਲਿਆ ਹੁੰਦਾ ਹੈ। ਉਹ ਵਿਸ਼ੇ ਵਿਕਾਰਾਂ ਨੂੰ ਠੱਗ ਲੈਂਦੇ ਐ, ਵਿਸ਼ੇ ਵਿਕਾਰ ਲੋਕਾਂ ਦੇ ਤਾਂ ਹੀ ਠੱਗਦੇ ਐ, ਪਰ ਜਿਹੜੇ ਸੰਤ ਮਹਾਂਪੁਰਸ਼ ਹੁੰਦੇ ਐ ਉਹ ਫਿਰ ਇਹਨਾਂ ਵਿਸ਼ੇ ਵਿਕਾਰਾਂ ਦੇ ਤਾਂ ਹੀ ਠੱਗ ਲੈਂਦੇ ਐ। ਗੁਰਬਾਣੀ ਦੇ ਵਿੱਚ ਸੰਤ ਮੰਨਿਆ ਕਿ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ, ਉਹਨਾਂ ਨੂੰ ਸੰਤ ਕਿਹਾ। ਅਤੇ ਭਗਤ ਜੀ ਤਾਂ ਇੱਥੇ ਕਹਿੰਦੇ ਆ ਕਿ ਓਏ ਹਰ ਕੇ ਸੰਤ ਨਾ ਆਖੀਐ ਬਾਨਾਰਸ ਕੇ ਠੱਗ, ਜਿਹੜੇ ਭਾਈ ਠੱਗੀਆਂ ਮਾਰਦੇ ਆ, ਚੋਰੀਆਂ ਕਰਦੇ ਆ, ਉਹਨਾਂ ਨੂੰ ਹਰੀ ਦੇ ਸੰਤ ਨਹੀਂ ਆਖਿਆ ਜਾਂਦਾ। ਐਸੇ ਸੰਤ ਨਾ ਮੋਕਉ ਭਾਵ ਹੈ। ਅਤੇ ਐਸੇ ਸੰਤ ਜਿਹੜੇ ਠੱਗੀਆਂ ਕਰਦੇ ਐ, ਚੋਰੀਆਂ ਕਰਦੇ ਐ, ਅਤੇ ਹਰ ਵਕਤ ਲੁੱਟਾਂ ਖੋਹਾਂ ਕਰਦੇ ਰਹਿੰਦੇ ਐ, ਗਰੀਬਾਂ ਦੇ ਤਾਈਂ ਲੁੱਟਦੇ ਐ, ਧਨ ਦੌਲਤ ਖਸੋਟ ਲੈਂਦੇ ਐ, ਅਤੇ ਇਸ ਤਰ੍ਹਾਂ ਦੇ ਜਿਹੜੇ ਭਾਈ ਸੰਤ ਨੇ ਉਹ ਸੰਤ ਨਾ ਮੋਕੋ ਭਾਵ ਹੈ, ਮੈਨੂੰ ਭਾਉਂਦੇ ਨਹੀਂ ਐ, ਮੈਨੂੰ ਚੰਗੇ ਨਹੀਂ ਲੱਗਦੇ, ਕਿਉਂਕਿ ਉਹ ਧਰਮ ਤੋਂ ਕੋਹਾਂ ਦੂਰ ਹੁੰਦੇ ਐ, ਧਰਮ ਦੇ ਵਿੱਚ ਪਰਪੱਕ ਨਹੀਂ ਹੋਇਆ ਕਰਦੇ, ਇਸੇ ਕਰਕੇ ਸਾਨੂੰ ਉਹ ਸੰਤ ਨਹੀਂ ਭਾਉਂਦੇ। ਸੰਤ ਦੀ ਮਹਿਮਾ ਸਾਧ ਸੰਗਤ, ਸੰਤ ਦੇ ਗੁਣ ਇੱਥੇ ਕਥਨ ਕੀਤੇ ਆ ਕਿ ਸੰਤ ਉਹ ਹੁੰਦਾ ਜਿਨ੍ਹਾਂ ਨੇ ਆਪਣੀਆਂ ਗੱਲਾਂ ਹੀ ਜਪ ਮਾਲੀਆਂ ਬਣਾ ਲਈਆਂ, ਮਾਲਾ ਬਣਾ ਲਈਆਂ, ਜਿਹੜੇ ਗੱਲਾਂ ਦੇ ਵਿੱਚ ਵਾਹਿਗੁਰੂ ਦਾ ਹੀ ਸਿਮਰਨ ਕਰਦੇ ਆ। ਜਦੋਂ ਕੋਈ ਗੁਰਮੁਖ ਦੇ ਦਰਸ਼ਨ ਕਰਦੇ ਆ, ਗੁਰਮੁਖ ਦੀ ਪਰਿਭਾਸ਼ਾ ਗੁਰਬਾਣੀ ਦੇ ਵਿੱਚ ਦੱਸੀ ਹੈ ਕਿ ਗੁਰਮੁਖ ਰੋਮ ਰੋਮ ਹਰਿ ਧਿਆਵੈ, ਗੁਰਮੁਖ ਹਮੇਸ਼ਾ ਰੋਮ ਰੋਮ ਦੇ ਨਾਲ ਵਾਹਿਗੁਰੂ ਦਾ ਸਿਮਰਨ ਕਰਦਾ, ਹਰੀ ਪ੍ਰਮਾਤਮਾ ਦੇ ਨਾਮ ਦੇ ਤਾਈਂ ਜਪਿਆ ਕਰਦਾ। ਗੁਰਮੁਖ ਦੀ ਪਰਿਭਾਸ਼ਾ ਸਾਧ ਸੰਗਤ ਵੱਡੀ ਹੈ, ਸੰਤ ਦੀ ਪਰਿਭਾਸ਼ਾ ਵੱਡੀ ਹੈ, ਪਰ ਸੰਤ ਦੇ ਨਾਮ ਦੇ ਤਾਈਂ ਵਿਗਾੜਨ ਵਾਲੇ ਵੀ ਬੜੇ ਹੈ। ਜਿਸ ਤਰ੍ਹਾਂ ਮਸੰਦਾਂ ਦਾ ਨਾਮ ਮਸੰਦਾਂ ਨੇ ਵਿਗਾੜ ਦਿੱਤਾ ਸੀ, ਵਿਗਾੜ ਦਿੱਤਾ ਸੀ, ਇਸੇ ਤਰ੍ਹਾਂ ਅੱਜ ਦੇ ਸਮੇਂ ਦੇ ਵਿੱਚ ਵੀ ਸੰਤਾਂ ਦਾ ਨਾਮ ਵਿਗਾੜਿਆ। ਉਹਨਾਂ ਨੇ ਜਿਹੜੇ ਠੱਗੀਆਂ ਕਰਦੇ ਐ, ਚੋਰੀਆਂ ਕਰਦੇ ਐ, ਜਾਰੀਆਂ ਕਰਦੇ ਐ, ਪਰ ਸੰਤਾਂ ਨੇ ਤਾਂ ਭਾਈ ਚੋਰੀਆਂ ਤੋਂ, ਜਾਰੀਆਂ ਤੋਂ ਅਤੇ ਹਮੇਸ਼ਾ ਲੁੱਟਾ ਖੋਹਾਂ ਤਾਂ ਆਪਣੇ ਹਿਰਦੇ ਨੂੰ, ਆਪਣੇ ਮਨ ਨੂੰ ਨਿਬੱਗ ਰੋਕ ਕਰਕੇ ਰੱਖਿਆ ਹੋਇਆ। ਉਹ ਐਸਾ ਕੰਮ ਨਹੀਂ ਕਰਿਆ ਕਰਦੇ। ਅਤੇ ਭਗਤ ਜੀ ਕਹਿੰਦੇ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਕਿ ਉਹ ਸੰਤ ਹੈ, ਉਹ ਸੰਤ ਨਹੀਂ ਹੈ। ਉਹਨਾਂ ਦੀ ਹੁਣ ਇੱਕ ਸਾਖੀ ਭਗਤ ਜੀ ਸੁਣਾਉਂਦੇ ਐ। ਸਾਧ ਸੰਗਤੋਂ ਨਾਮ ਜਪਿਆ ਕਰਦੇ ਸੀ, ਜਿਹੜੇ ਠੱਗ ਸੀ ਨਾ, ਚੋਰ ਸੀ, ਇੱਕ ਤਾਂ ਉਹਨਾਂ ਦੇ ਵਿੱਚ ਨਾਰਾਇਣ ਦਾ ਨਾਮ ਜਪਦਾ ਸੀ, ਇੱਕ ਬਿੰਦਰਾਬਨ ਦਾ ਨਾਮ ਜਪਦਾ ਸੀ, ਅਤੇ ਇਸੇ ਤਰ੍ਹਾਂ ਹਰੇ ਕ੍ਰਿਸ਼ਨ ਦਾ ਨਾਮ ਜਪਦਾ ਸੀ। ਜਿਉਂ-ਜਿਉਂ ਅਤੇ ਨਾਮ ਜਪਦੇ ਸੀ, ਚਾਰ ਨਾਮ ਜਪਿਆ ਕਰਦੇ ਸੀ, ਇੱਕ ਨਾਰਾਇਣ, ਬਿੰਦਰਾਬਨ ਅਤੇ ਹਰੇ ਕ੍ਰਿਸ਼ਨ ਦਾ ਨਾਮ ਜਪਦੇ ਸੀ। ਕਿਉਂਕਿ ਜਿਹੜਾ ਜਿਸ ਵਕਤ ਸਾਧ ਸੰਗਤ ਜਦੋਂ ਉਹ ਨਾਮ ਜਪਦੇ ਸੀ, ਨਾਰਾਇਣ ਨਾਰਾਇਣ ਕਹਿੰਦੇ ਸਨ, ਉਦੋਂ ਉੱਚੀ ਆਵਾਜ਼ ਦੇ ਵਿੱਚ ਕਹਿੰਦੇ ਸੀ ਕਿ ਨਰ ਆਇਣ, ਨਰ ਆਇਣ। ਨਰ ਆਇਣ ਦਾ ਭਾਵ ਸੀ ਕਿ ਭਾਈ ਮਨੁੱਖ ਆ ਗਏ ਐ, ਮਨੁੱਖ ਆ ਗਏ ਐ, ਛੇਤੀ ਖੜੇ ਹੋ ਜੋ, ਇਹਨਾਂ ਦੇ ਤਾਈਂ ਲੁੱਟੀਏ। ਫਿਰ ਉਦਰ ਦੇ ਨਾਲ ਕਹਿੰਦੇ ਸੀ ਕਿ ਇਹਨਾਂ ਦੇ ਉਦਰ ਦੇ ਨਾਲ ਜਿਹੜਾ ਧਨ ਦੌਲਤ ਬੰਨਿਆ ਹੋਇਆ
ਉਹ ਫਿਰ ਉੱਚੀ ਆਵਾਜ਼ ਦੇ ਵਿੱਚ ਕਿਹਾ ਕਰਦੇ ਸਨ। ਇਸੇ ਤਰ੍ਹਾਂ ਹੀ ਫਿਰ ਤੀਸਰਾ ਕਹਿੰਦਾ ਸੀ ਅਤੇ ਉਹ ਹਰੇ ਕ੍ਰਿਸ਼ਨ ਕਹਿੰਦਾ ਸੀ, ਹਰੇ ਕ੍ਰਿਸ਼ਨ ਕਿ ਜਦੋਂ ਕਾਲੀ ਕ੍ਰਿਸ਼ਨ ਨਾਮ ਹੁੰਦਾ ਕਾਲੀ ਦਾ, ਕਿ ਜਦੋਂ ਕਾਲੀਆਂ ਘਟਾਂ ਹੋ ਜਾਣਗੀਆਂ ਉਸ ਵਕਤ ਇਹਨਾਂ ਦੇ ਤਾਈਂ ਹਰੇ ਆਪਾਂ ਇਹਨਾਂ ਨੂੰ ਲੁੱਟਾਂਗੇ। ਤੀਸਰਾ ਕਰਿਆ ਕਰਦਾ ਸੀ ਬਿੰਦਰਾ ਬਣ ਬਣ ਨਾਮ ਹੁੰਦਾ ਜੰਗਲ ਦਾ, ਕਿ ਇਹਨਾਂ ਨੂੰ ਬਿੰਦਰਾ ਦੇ ਵਿੱਚ ਭਾਵ ਘਣੇ ਜੰਗਲ ਦੇ ਵਿੱਚ ਲੈ ਕੇ ਜਾਣਾ ਕਰੋ, ਇਹਨਾਂ ਨੂੰ ਆਪਾਂ ਫਿਰ ਲੁੱਟਾਂਗੇ। ਭਗਤ ਜੀ ਕਹਿੰਦੇ ਤੁਹਾਨੂੰ ਤਾਂ ਉਹ ਸੰਤ ਲੱਗਦੇ ਸੀ, ਪਰ ਅਸਲ ਦੇ ਵਿੱਚ ਉਹ ਬਨਾਰਸ ਦੇ ਬਣੇ ਹੋਏ ਠੱਗ ਸਨ, ਸਭ ਤੋਂ ਵੱਡੇ ਠੱਗ ਸੀ। ਕਿਉਂਕਿ ਨਾਮ ਜਪਦੇ ਆ, ਕੋਈ ਕਿਸ ਤਰ੍ਹਾਂ ਨਾਮ ਜਪਦਾ, ਕੋਈ ਕਿਸ ਤਰ੍ਹਾਂ ਨਾਮ ਜਪਦਾ, ਕੋਈ ਤਾਂ ਆਪਣੇ ਆਤਮਿਕ ਸ਼ਾਂਤੀ ਵਾਸਤੇ ਨਾਮ ਜਪਿਆ ਕਰਦਾ, ਕੋਈ ਸਾਧ ਸੰਗਤ ਧਨ ਦੌਲਤ ਦੀ ਪ੍ਰਾਪਤੀ ਵਾਸਤੇ ਨਾਮ ਜਪਦਾ, ਕੋਈ ਸੁਖ ਸ਼ਾਂਤੀ ਵਾਸਤੇ ਅਰਦਾਸਾਂ ਕਰਕੇ ਨਾਮ ਜਪਦਾ ਜਦੋਂ ਦੁੱਖ ਦੀ ਘੜੀ ਆਉਂਦੀ ਹੈ, ਕੋਈ ਲੁੱਟਾਂ ਖੋਹਾਂ ਕਰਦਾ। ਇੱਥੇ ਕੋਈ ਨਾਰਾਇਣ ਕਹਿੰਦਾ ਸੀ, ਕੋਈ ਬਿੰਦਰਾਵਣ ਕਹਿੰਦਾ ਸੀ ਅਤੇ ਕੋਈ ਹਰੇ ਕ੍ਰਿਸ਼ਨ ਕਹਿੰਦਾ ਸੀ, ਕੋਈ ਦਾਮੋਦਰ ਕਹਿੰਦਾ ਸੀ, ਦਮ ਉਦਰ, ਕਿ ਜਿਨ੍ਹਾਂ ਦੇ ਦਮ ਜੋ ਉਦਰ ਦਮ ਦਮੜੇ ਪਹਿਨੇ ਹੋਏ ਆ ਉਦਰ ਦੇ ਨਾਲ, ਪੇਟ ਦੇ ਨਾਲ, ਅਤੇ ਉਹਨਾਂ ਦੇ ਤਾਈਂ ਲੁੱਟਾਂ ਖੋਹਾਂ ਕਰਦੇ ਸੀ। ਉਹਨਾਂ ਨੇ ਆਪਣੇ ਆਪ ਦੇ ਵਿੱਚ ਇਹ ਭੇਤ ਦੱਸੇ ਹੋਏ ਸੀ। ਜਿਸ ਤਰ੍ਹਾਂ ਅੱਜ ਲੋਕ ਕਹਿ ਦਿੰਦੇ ਆ ਕਿ ਲੋਕ ਲਾਏ ਹੋਏ ਸੀ, ਇਹਨਾਂ ਗੱਲਾਂ ਦੇ ਵਿੱਚ ਦੱਸਦੇ ਸੀ ਕਿ ਜਦੋਂ ਆਹ ਨਾਮ ਜਪਾਂਗੇ ਉਹ ਸਮਝ ਲੈਂਦੇ ਸੀ ਕਿ ਅੱਜ ਇਹ ਹੋ ਰਿਹਾ, ਆਹ ਮਨੁੱਖ ਆ ਰਿਹਾ, ਇਹਦੇ ਕੋਲੇ ਦਮੜਾ ਕਿੰਨਾ ਕੁ ਹੈ, ਧਨ ਦੌਲਤ ਕਿੰਨਾ ਕੁ ਹੈ, ਜਾਂ ਇਹ ਖਾਲੀ ਹੈ, ਜਾਂ ਕਿਸ ਤਰ੍ਹਾਂ ਇਹਨੂੰ ਮਾਰਨਾ ਕਿਵੇਂ ਹੈ। ਇਹ ਪ੍ਰਮਾਤਮਾ ਦੇ ਨਾਵਾਂ ਦੇ ਨਾਲ ਲੁੱਟਿਆ ਕਰਦੇ ਸਨ। ਡਾਲਾ ਸਿਓ ਪੇਡਾ ਗਟਕਾ ਵਹਿ। ਤੇ ਭਗਤ ਜੀ ਕਹਿੰਦੇ ਉਹਨਾਂ ਨੂੰ ਹਰੀ ਦੇ ਸੰਤ ਨਹੀਂ ਆਖਿਆ ਜਾਂਦਾ, ਐਸੇ ਦੁਸ਼ਟ ਸਨ ਉਹ ਲੋਕ। ਉਹ ਤਾਂ ਡਾਲਾ ਸਿਓ ਪੇਡਾ ਗਟਕਾਵ ਹੈ। ਡਾਲਾ ਭਾਵ ਟਾਹਣੀਆਂ ਦੇ ਸਮੇਤ ਪੇਡਾ, ਪੇਡ ਨਾਮ ਹੁੰਦਾ ਦਰਖਤ ਦਾ, ਦਰਖਤ ਨੂੰ ਹੀ ਗਲਕਾਵ ਹੈ, ਗਟਕਾਵ ਹੈ ਭਾਵ ਉਹ ਨਿਗਲ ਜਾਂਦੇ ਸਨ। ਇਹਦਾ ਭਾਵ ਅਰਥ ਹੈ ਕਿ ਡਾਲਾ ਸਿਓ ਪੇਡਾ ਗਟਕਾਵ ਹੈ। ਡਾਲਾ ਸਿਓ ਭਾਵ ਧਨ ਦੌਲਤ ਦੇ ਸਮੇਤ, ਪੇਡਾ ਗਟਕਾਵ ਹੈ ਭਾਈ ਮਨੁੱਖਾਂ ਦੇ ਤਾਈਂ ਵੀ ਜੋ ਨਿਗਲ ਜਾਇਆ ਕਰਦੇ ਸੀ। ਇੱਕ ਤਾਂ ਹੁੰਦਾ ਧਨ ਦੌਲਤ ਲੁੱਟ ਲੈਣਾ, ਚੋਰੀ ਕਰ ਲੈਣੀ, ਠੱਗੀ ਮਾਰ ਲਈ, ਧਨ ਦੌਲਤ ਲੁੱਟ ਲਿਆ। ਪਰ ਇੱਕ ਧਨ ਦੌਲਤ ਵੀ ਲੁੱਟਿਆ, ਜਿਸ ਦਾ ਆਪਾਂ ਧਨ ਦੌਲਤ ਲੁੱਟਦੇ ਆ ਉਹਦਾ ਨੁਕਸਾਨ ਵੀ ਨਾਲ ਕਰ ਜਾਣਾ। ਕਹਿੰਦੇ ਐਸੇ ਉਹ ਸੰਤ ਨਹੀਂ ਨੇ, ਉਹ ਤਾਂ ਠੱਗ ਨੇ, ਬਣੇ ਹੋਏ ਠੱਗ ਹੈ। ਉਹ ਤਾਂ ਹਮੇਸ਼ਾ ਹੀ ਡਾਲਾ ਸਿਓ ਪੇਡਾ ਗਟਕਾਵ ਹੈ, ਉਹ ਬਣੇ ਸਮੇਤ, ਡਾਲਾ ਭਾਵ ਸਰੀਰ ਦੇ ਸਮੇਤ, ਧਨ ਦੌਲਤ ਦੇ ਸਮੇਤ ਮਨੁੱਖ ਦੇ ਤਾਈਂ ਨਿਗਲ ਜਾਇਆ ਕਰਦੇ ਐ। ਰਹਾਉ ਵਿਸ਼ਰਾਮ ਦੇ ਕੇ ਭਗਤ ਜੀ ਅੱਗੇ ਕਥਨ ਕਰਦੇ ਐ। ਬਾਸਨ ਮਾਂਜ ਚਰਾਵਹਿ ਉਪਰ, ਕਾਠੀ ਧੋਏ ਜਲਾਵਹਿ। ਹੁਣ ਬੜੀ ਸੁਚਮਤਾ ਰੱਖਦੇ ਸਨ, ਕਿਉਂਕਿ ਲੋਕਾਂ ਨੂੰ ਦੇਖਣ ਦੇ ਵਿੱਚ ਲੱਗਦਾ ਸੀ ਕਿ ਤਾਂ ਪੂਰਨ ਕੋਈ ਮਹਾਪੁਰਖ ਹੈ, ਪੂਰਨ ਕੋਈ ਸੰਤ ਹੈ। ਕਹਿੰਦੇ ਬਾਸਨ ਸਿਓ, ਬਾਸਨ ਮਾਂਜ ਚਰਾਵਹਿ ਉਪਰ। ਬਾਸਨ ਮਾਂਜ, ਬਾਸਨ ਨਾਮ ਹੁੰਦਾ ਬਰਤਨਾਂ ਦਾ, ਬਰਤਨਾਂ ਦਾ, ਭਾਂਡਿਆਂ ਦਾ, ਬਰਤਨਾਂ ਦੇ ਤਾਈਂ ਮਾਂਜਦੇ ਸੀ। ਅਤੇ ਜਦੋਂ ਸੁਚਮਤਾ ਦੇ ਨਾਲ ਬਰਤਨ ਮਾਂਜਦੇ ਸਨ, ਚਰਾਵਹਿ ਉਪਰ, ਚੁੱਲ੍ਹੇ ਬਣਾਏ ਹੁੰਦੇ ਸੀ, ਉਹਨਾਂ ਬਰਤਨਾਂ ਨੂੰ ਫਿਰ ਉੱਪਰ ਚੁੱਲ੍ਹਿਆਂ ਦੇ ਉੱਪਰ ਚੜਾਇਆ ਜਾਂਦਾ ਸੀ। ਅਤੇ ਇਸੇ ਤਰ੍ਹਾਂ ਕਾਠੀ ਧੋਏ ਜਲਾਵਹਿ, ਕਾਠੀ ਨਾਮ ਹੁੰਦਾ ਲੱਕੜਾਂ ਦਾ। ਬਹੁਤ ਜ਼ਿਆਦਾ ਪਖੰਡ ਕਰਿਆ ਕਰਦੇ ਸੀ, ਅੰਦਰ ਦੀ ਸੁਚਮਤਾ ਨਹੀਂ ਸੀ, ਬਾਹਰੀ ਸੁਚਮਤਾ ਦਿਖਾਉਂਦੇ ਸਨ। ਕਾਠੀ ਧੋਏ ਜਲਾਵਹਿ, ਕਹਿੰਦੇ ਉਹ ਕਾਠੀ ਲੱਕੜਾਂ ਦੇ ਤਾਈਂ ਧੋਂਦੇ ਸਨ, ਉਹਨਾਂ ਨੂੰ ਸੁਕਾ ਕੇ ਫਿਰ ਉਹਨਾਂ ਨੂੰ ਜਲਾਵਹਿ ਜਲਾਉਂਦੇ ਸਨ, ਸਾੜਦੇ ਸਨ। ਬਸਦਾ ਖੋਦ ਕਰਹਿ ਦੋਏ ਚੂਲੇ, ਸਾਰੇ ਮਾਨਸ ਖਾਵਹਿ। ਫਿਰ ਬਸਦਾ ਨਾਮ ਹੁੰਦਾ ਧਰਤੀ ਦਾ, ਧਰਤੀ ਦੀ ਖੋਦ ਕਰਦੇ ਸੀ, ਧਰਤੀ ਨੂੰ ਪੁੱਟਦੇ ਸਨ। ਜਦੋਂ ਧਰਤੀ ਨੂੰ ਪੁੱਟਿਆ ਜਾਂਦਾ ਸੀ, ਫਿਰ ਧਰਤੀ ਦੇ ਵਿੱਚ ਦੋਏ ਚੁੱਲ੍ਹੇ ਤਿਆਰ ਕੀਤੇ ਜਾਂਦੇ ਸੀ। ਇੱਕ ਚੁੱਲ੍ਹੇ ਤੇ ਤਾਂ ਦਾਲ ਰੱਖਦੇ ਸੀ, ਕੋਈ ਸਬਜ਼ੀ ਰੱਖਦੇ ਸਨ, ਅਤੇ ਦੂਸਰੇ ਚੁੱਲ੍ਹੇ ਤੇ ਫਿਰ ਭਾਈ ਪ੍ਰਸ਼ਾਦਾ ਪਕਾਉਂਦੇ ਸੀ, ਲੰਗਰ ਤਿਆਰ ਕਰਦੇ ਸੀ, ਰੋਟੀਆਂ ਬਣਾਇਆ ਕਰਦੇ ਸਨ। ਇਸੇ ਤਰ੍ਹਾਂ ਕਹਿੰਦੇ ਸਾਰੇ ਮਾਨਸ ਖਾਵਹਿ। ਐਸੇ ਜਿਹੜੇ ਖੋਟੇ ਸੰਤ ਉਹਨਾਂ ਨੂੰ ਆਖਿਆ ਜਾਂਦਾ ਸੀ, ਠੱਗ ਸਨ ਐਸੇ। ਕਹਿੰਦੇ ਸਾਰੇ ਭਾਵ ਸਰੀਰ ਦੇ ਸਮੇਤ, ਸਾਰੇ ਦੇ ਸਾਰੇ ਸਰੀਰ ਨੂੰ ਉਹ ਖਾਵਹਿ, ਮਾਨਸ ਮਨੁੱਖਾਂ ਨੂੰ ਖਾਵਹਿ, ਖਾ ਜਾਂਦੇ ਸਨ ਸਾਰੇ। ਭਾਵੇਂ ਕੋਈ ਗਰੀਬ ਆਉਂਦਾ, ਭਾਵੇਂ ਕੋਈ ਅਮੀਰ ਆਉਂਦਾ, ਭਾਵੇਂ ਕੋਈ ਸਾਧ ਸੰਗਤ ਦੁੱਖਾਂ ਦੇ ਨਾਲ ਘਿਰਿਆ ਆਉਂਦਾ, ਕੋਈ ਰੋਗੀ ਆਉਂਦਾ, ਉਹਨਾਂ ਦੇ ਕੋਲੇ ਕੋਈ ਵੀ ਆ ਜਾਂਦਾ, ਉਹ ਸਾਰੇ ਮਾਨਸ ਖਾਵਹਿ, ਮਾਨਸ ਮਨੁੱਖਾਂ ਦੇ ਤਾਈਂ ਖਾਵਹਿ, ਖਾ ਜਾਂਦੇ ਸੀ, ਲੁੱਟ ਲੈਂਦੇ ਸਨ।
ਹੋਏ ਪਾਪੀ ਸਦਾ ਫਿਰ ਹੈ ਅਪਰਾਧੀ ਮੁਖੋ ਅਪਰਸ ਕਹਾਵਹਿ। ਅਤੇ ਭਾਈ ਉਹ ਐਸੇ ਜਿਹੜੇ ਪਾਪੀ ਸਨ, ਕਹਿੰਦੇ ਓਏ ਪਾਪੀ ਸਦਾ ਫਿਰ ਹੈ, ਹਮੇਸ਼ਾ ਜੂਨਾਂ ਦੇ ਵਿੱਚ ਫਿਰ ਹੈ, ਫਿਰਦੇ ਰਹਿਣਗੇ ਜਾਂ ਫਿਰਦੇ ਐ। ਅਤੇ ਅਪਰਾਧ ਕਰਨ ਵਾਲੇ, ਲੁੱਟਾਂ ਖੋਹਾਂ ਕਰਨ ਵਾਲੇ, ਐਸੇ ਪਾਪੀ ਪਾਪ ਕਰਨ ਵਾਲੇ ਜਿਹੜੇ ਠੱਗ ਨੇ। ਅਤੇ ਅਪਰਸ ਮੁਖੋ ਅਪਰਸ ਕਹਾਵੈ, ਮੁਖੋਂ ਭਾਈ ਅਪਰਸ ਕਹਾਉਂਦੇ ਸਨ। ਅਪਰਸ ਹੁੰਦਾ ਜਿਹੜਾ ਨਾ ਛੂਹਣ ਵਾਲਾ। ਜਿਸ ਤਰ੍ਹਾਂ ਜਿਹੜਾ ਬ੍ਰਾਹਮਣਾਂ ਦੇ ਵਿੱਚ ਪਹਿਲਾਂ ਧਰਮਾਂ ਦੇ ਵਿੱਚ ਇਹ ਹੁੰਦਾ ਸੀ ਕਿ ਕੋਈ ਸ਼ੂਦਰ ਸਾਧ ਸੰਗਤ ਨਾਲ ਲੱਗ ਜਾਂਦਾ ਅਤੇ ਆਪਣੇ ਵਿੱਚ ਉਹ ਬਹੁਤ ਜ਼ਿਆਦਾ ਘਿਰਾਣ ਕਰਿਆ ਕਰਦੇ ਸੀ ਕਿ ਅਸੀਂ ਭ੍ਰਿਸ਼ਟੇ ਗਏ, ਕਿਸੇ ਨੂੰ ਨਾਲ ਨਹੀਂ ਸੀ ਲੱਗਣ ਦਿੰਦੇ, ਸ਼ੂਦਰ ਦਾ ਤਾਂ ਪਰਛਾਵਾਂ ਵੀ ਨਹੀਂ ਸੀ ਪੈਣ ਦਿੰਦੇ, ਐਸੇ ਸਨ ਲੋਕ। ਅਤੇ ਭਗਤ ਜੀ ਕਹਿੰਦੇ ਮੁਖੋਂ ਤਾਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਅਪਰਸ ਕਹਾਉਂਦੇ ਐ। ਅਪਰਸ ਭਾਵ ਨਾ ਛੂਹਣ ਵਾਲੇ ਆਪਣੇ ਆਪ ਨੂੰ ਅਤੇ ਬਹੁਤ ਵੱਖਰਾਪੁਣਾ ਕਹਾਉਂਦੇ ਐ। ਪਰ ਅੱਗੇ ਵਿੱਚ ਕੀ ਹੈ ਕਿ ਉਹ ਪਾਪੀ ਸਦਾ ਫਿਰ ਹੈ ਅਪਰਾਧੀ। ਪਰ ਗੱਲ ਕੀ ਹੈ, ਉਹ ਤਾਂ ਭਾਈ ਹਮੇਸ਼ਾ ਪਾਪੀ ਪਾਪ ਕਰਨ ਵਾਲੇ ਆ, ਅਪਰਾਧ ਕਮਾਉਂਦੇ ਹਨ। ਸਦਾ ਸਦਾ ਫਿਰ ਹੈ ਅਭਿਮਾਨੀ ਸਗਲ ਕੁਟੰਬ ਡੁਬਾਵਹਿ। ਅਤੇ ਸਦਾ ਸਦਾ ਫਿਰ ਹੈ ਅਭਿਮਾਨੀ, ਸਦਾ ਸਦਾ ਹਮੇਸ਼ਾ ਹੀ ਅਭਿਮਾਨੀ, ਸੁਚਮਤਾ ਦਾ ਹੰਕਾਰ ਕਰਦੇ ਐ। ਅਭਿਮਾਨੀ ਹੁੰਦਾ ਭਾਈ ਹੰਕਾਰ ਕਰਨਾ, ਸਰੀਰ ਦਾ ਹੰਕਾਰ ਕਰਦੇ ਐ, ਅਭਿਮਾਨ ਕਰਦੇ ਐ। ਸਗਲ ਕੁਟੰਬ ਡੁਬਾਵ ਹੈ, ਕਹਿੰਦੇ ਉਹ ਆਪ ਤਾਂ ਡੁੱਬਦੇ ਹੀ ਡੁੱਬਦੇ ਐ। ਕਿਉਂਕਿ ਕੋਈ ਸੰਗਤ ਆਉਂਦੀ ਹੈ, ਉਹਦਾ ਧਨ ਦੌਲਤ ਖਸੋਟ ਲੈਂਦੇ ਐ ਅਤੇ ਕੋਈ ਸੰਗਤ ਦਾ ਧਨ ਦੌਲਤ ਖਸੋਟਿਆ, ਇਸੇ ਤਰ੍ਹਾਂ ਆਪ ਤਾਂ ਉਹ ਡੁੱਬੇ ਹੀ ਹੈ, ਭਵ ਸਾਗਰ ਦੇ ਵਿੱਚ ਡੁੱਬ ਜਾਂਦੇ ਐ ਤੇ ਨਾਲ ਸਗਲ ਕੁਟੰਬ ਡੁਬਾਵ ਹੈ, ਸਾਰਾ ਕੁਟੰਬ ਵੀ ਡੋਬ ਲੈਂਦੇ ਐ। ਇਸੇ ਕਰਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਸਿੱਖ ਨੂੰ ਕਿਹਾ ਕਿ ਸਿੱਖਾ ਕਦੇ ਵੀ ਚੋਰੀ ਤੇ ਜਾਰੀ, ਮਾੜੀ ਜਾਰੀ ਨਾ ਲਾਈ ਕਿਸੇ ਦੇ ਨਾਲ, ਕਦੇ ਕਿਸੇ ਦੇ ਨਾਲ ਠੱਗੀ ਨਾ ਕਰੀ, ਕਿਉਂਕਿ ਇਹ ਠੱਗ ਦਾ ਕਮਾਇਆ ਹੋਇਆ ਧਨ ਦੌਲਤ ਤੇਰੇ ਬੱਚਿਆਂ ਦੇ ਵਿੱਚ ਵੀ ਵਰਤਣਾ ਤੇ ਜਿਹੜਾ ਤੇਰੇ ਬੱਚਿਆਂ ਦੇ ਵਿੱਚ ਵਰਤਿਆ ਹੋਇਆ ਧਨ ਦੌਲਤ ਠੱਗੀ ਦਾ ਹੋਵੇਗਾ, ਮਾੜਾ ਧਨ ਹੋਵੇਗਾ, ਤੇਰੇ ਬੱਚਿਆਂ ਦੇ ਵਿੱਚ ਮਾੜਾ ਅਸਰ ਪਵੇਗਾ। ਫਿਰ ਅਸੀਂ ਕਹਿੰਦੇ ਆ ਕਿ ਸਾਡੇ ਬੱਚੇ ਲੂਲੇ ਹੋ ਗਏ, ਲੰਗੜੇ ਹੋ ਗਏ। ਇਸੇ ਕਰਕੇ ਭਾਈ ਉਹ ਧਨ ਦੌਲਤ ਸਾਡਾ ਪਹਿਲਾਂ ਦੇਖਣਾ ਪੈਂਦਾ ਹੈ ਕਿ ਉਹ ਧਨ ਦੌਲਤ ਕਿੱਦਾਂ ਦਾ ਬਣਿਆ ਹੋਇਆ ਹੈ, ਕਿੱਦਾਂ ਉਹਨੂੰ ਲੁੱਟਾਂ ਖੋਹਾਂ ਦੇ ਨਾਲ ਤਾਂ ਨਹੀਂ ਬਣਿਆ ਹੋਇਆ। ਸਾਡੇ ਧਰਮ ਦੇ ਵਿੱਚ ਮਾਂ ਦਾ ਰੋਲ ਇਸੇ ਕਰਕੇ ਕਿਹਾ ਕਿ ਮਾਂ ਜਿਸ ਵਕਤ ਵੀ ਪ੍ਰਸ਼ਾਦਾ ਤਿਆਰ ਕਰਦੀ ਹੈ ਉਸ ਵਕਤ ਵਾਹਿਗੁਰੂ ਦਾ ਸਿਮਰਨ ਨਾਲ ਕੀਤਾ ਜਾਵੇ। ਜੇ ਤਾਂ ਅੰਨ ਦੇ ਵਿੱਚ ਮਾੜੀ ਮੋਟੀ ਸਾਧ ਸੰਗਤ ਘਾਟ ਰਹਿ ਜਾਂਦੀ ਹੈ ਤੇ ਨਾਮ ਜਪਣੇ ਕਰਕੇ ਸਭ ਜਿਹੜਾ ਪਵਿੱਤਰ ਹੋ ਜਾਂਦਾ, ਅੰਨ ਵੀ ਬਣਿਆ ਹੋਇਆ ਪਵਿੱਤਰ ਹੋ ਜਾਂਦਾ ਹੈ। ਇਹ ਸਾਇੰਟਿਸਟ ਨੇ ਵੀ ਮੰਨਿਆ ਕਿ ਜਲ ਦੇ ਵਿੱਚ ਜਦੋਂ ਆਪਾਂ ਜਲ ਮੂਹਰੇ ਰੱਖ ਕੇ ਬਾਣੀ ਪੜ੍ਹਦੇ ਆ, ਨਾਮ ਜਪਦੇ ਆ, ਜਿਹੜਾ ਜਲ ਅਪਵਿੱਤਰ ਹੁੰਦਾ ਉਹ ਜਲ ਵੀ ਪਵਿੱਤਰ ਹੋ ਜਾਇਆ ਕਰਦਾ, ਕਿਉਂਕਿ ਉਹਦੇ ਤੇ ਨਾਮ ਜਪਿਆ ਗਿਆ। ਇਹ ਵਡਿਆਈ ਹੈ, ਗੁਰੂ ਦੇ ਨਾਮ ਦੀ ਵਡਿਆਈ ਹੈ। ਇਸ ਕਰਕੇ ਮਹਾਰਾਜ ਸਾਨੂੰ ਸਮਝਾਉਂਦੇ ਆ ਕਿ ਭਾਈ ਉਹ ਤਾਂ ਜਿਹੜਾ ਠੱਗ ਦੀ ਧਨ ਦੌਲਤ ਠੱਗਿਆ ਹੋਇਆ, ਚੋਰੀ ਦਾ ਜਿਹੜਾ ਧਨ ਦੌਲਤ ਹੈ, ਕਦੇ ਵੀ ਉਹ ਧਨ ਦੌਲਤ ਆਪਣੇ ਘਰ ਦੇ ਵਿੱਚ ਨਹੀਂ ਰੱਖਣਾ ਚਾਹੀਦਾ, ਕਦੇ ਕਿਸੇ ਦੀ ਚੋਰੀ ਨਹੀਂ ਕਰਨੀ ਚਾਹੀਦੀ, ਠੱਗਣਾ ਨਹੀਂ ਚਾਹੀਦਾ। ਪਰ ਐਸੇ ਜਿਹੜੇ ਲੋਕ ਹੁੰਦੇ ਆ ਉਹ ਅਭਿਮਾਨ ਵੀ ਕਰਦੇ ਆ, ਉਹ ਹੰਕਾਰ ਵੀ ਕਰਿਆ ਕਰਦੇ ਆ, ਹੰਕਾਰ ਕਰਦੇ ਆ ਆਪਣੀ ਸੁਚਮਤਾ ਦਾ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲੇ ਸਿੱਧਾ ਨੇ ਬੇਨਤੀ ਕੀਤੀ ਸੀ, ਮਹਾਰਾਜ ਕਿਰਪਾ ਕਰੋ ਸਾਨੂੰ ਇਹ ਦੱਸੋ ਕਿ ਅਸੀਂ ਸਚਿਆਰ ਕਿਸ ਤਰ੍ਹਾਂ ਹੋ ਸਕਦੇ ਆ। ਮਹਾਰਾਜ ਕਿਰਪਾ ਕਰੋ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਮਹਾਰਾਜ ਕਿਵੇਂ ਸਚਿਆਰ ਹੋ ਸਕਦੇ ਆ, ਸਾਡੀ ਪਵਿੱਤਰਤਾ ਸੁਚਮਤਾ ਕਿਸ ਤਰ੍ਹਾਂ ਹੋ ਸਕਦੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਭਾਈ ਅਕਾਲ ਪੁਰਖ ਪਰਮਾਤਮਾ ਦਾ ਹੁਕਮ ਮੰਨ ਲਵੋ, ਤੁਸੀਂ ਪਵਿੱਤਰ ਹੋ ਜਾਓਗੇ। ਇਹ ਪਵਿੱਤਰ ਦੀ ਵਡਿਆਈ ਹੈ। ਪਵਿੱਤਰਤਾ ਉਹ ਹੁੰਦੀ ਹੈ ਜਿਹੜਾ ਹੁਕਮ ਦੇ ਵਿੱਚ, ਰਜਾ ਦੇ ਵਿੱਚ ਰਹਿ ਜਾਣਾ। ਜੇ ਗੁਰੂ ਨੇ ਰੋਕ ਦਿੱਤਾ ਕਿ ਆਹ ਕੰਮ ਕਰਨਾ ਤਾਂ ਉਹੀ ਕੰਮ ਕਰਨਾ ਹੈ। ਸਾਧ ਸੰਗਤ ਜਿਹੜਾ ਗੁਰੂ ਨੇ ਰੋਕ ਦਿੱਤਾ ਕਿ ਆਹ ਕੰਮ ਨਹੀਂ ਕਰਨਾ, ਉਹ ਕਦਾਚਿਤ ਵੀ ਨਹੀਂ ਕਰਨਾ, ਕੁਝ ਵੀ ਹੋ ਜਾਵੇ। ਅਗਰ ਗੁਰੂ ਨੇ ਕਿਹਾ ਕਿ ਮਾੜਾ ਕੰਮ ਨਹੀਂ ਕਰਨਾ, ਮਾੜਾ ਕੰਮ ਨਹੀਂ ਕਰਨਾ, ਚੋਰੀ ਕਿਸੇ ਦੀ ਨਹੀਂ ਕਰਨੀ ਤਾਂ ਨਹੀਂ ਕਰਨੀ, ਠੱਗੀ ਨਹੀਂ ਕਰਨੀ ਤਾਂ ਨਹੀਂ ਕਰਨੀ, ਜਿੱਥੇ ਗੁਰੂ ਨੇ ਰੋਕ ਦਿੱਤਾ ਉਸ ਦੀ ਰਜਾ ਦੇ ਵਿੱਚ ਰਹਿ ਜਾਣਾ।
ਇਹ ਗੁਰਮੁਖਾਂ ਦਾ ਭਾਈ ਕਰਮ ਹੋਇਆ ਕਰਦਾ ਹੈ। ਨਾਮ ਜਪਣ ਵਾਲੀਆਂ ਰੱਬੀ ਰੂਹਾਂ ਦਾ ਇਹ ਕਰਮ ਹੋਇਆ ਕਰਦਾ ਹੈ, ਜਿਨ੍ਹਾਂ ਨੇ ਗੁਰੂ ਦੇ ਵਿੱਚੋਂ ਭਾਈ ਵਡਿਆਈ ਕਮਾਈ ਹੈ, ਸੇਵਾ ਕੀਤੀ ਹੈ। ਭਾਈ ਮੰਝ ਨੂੰ ਰੋਕਿਆ ਸੀ ਕਿ ਲੰਗਰ ਦੇ ਵਿੱਚ ਪ੍ਰਸ਼ਾਦਾ ਨਾ ਛਕੀ। ਭਾਈ ਮੰਝ ਨੇ ਲੰਗਰ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਦੀ ਭਾਈ ਆਗਿਆ ਪਾ ਕੇ ਪ੍ਰਸ਼ਾਦਾ ਨਹੀਂ ਸੀ ਛਕਿਆ। ਇਹ ਗੁਰੂ ਦੀ ਆਗਿਆ ਦੇ ਵਿੱਚ ਰਹਿਣਾ, ਰਜਾ ਦੇ ਵਿੱਚ ਰਹਿਣਾ ਭਾਈ ਮੰਝ ਨੇ ਸਿੱਖਿਆ ਸੀ। ਭਾਈ ਮੰਝ ਨੇ ਅਖੀਰ ਦੇ ਵਿੱਚ ਬੇਨਤੀ ਕੀਤੀ ਸੀ, ਮਹਾਰਾਜ ਜਿੰਨੀ ਤੁਸੀਂ ਮੇਰੀ ਪਰਖ ਕੀਤੀ ਹੈ, ਆਉਣ ਵਾਲੇ ਸਿੱਖਾਂ ਦੀ ਇੰਨੀ ਪਰਖ ਨਾ ਕਰਿਓ। ਗਰੀਬ ਨਿਵਾਜ ਸਤਿਗੁਰੂ, ਸਿੱਖ ਇੰਨੀ ਪਰਖ ਦੇ ਵਿੱਚ ਪਾਰ ਨਹੀਂ ਉਤਰ ਸਕਦੇ ਜਿੰਨੀ ਤੁਸੀਂ ਮੇਰੀ ਪਰਖ ਕੀਤੀ ਹੈ। ਇਹ ਸਾਡੇ ਵੱਡਿਆਂ ਵਡੇਰਿਆਂ ਦਾ ਦਿੱਤਾ ਹੋਇਆ ਖਾਨੇ ਆ, ਉਹਨਾਂ ਦਾ ਸਭ ਕੁਝ ਸਾਧ ਸੰਗਤ ਅਸੀਂ ਖਾ ਰਹੇ ਆ। ਅੱਜ ਦਾ ਦਿਨ ਹੈ ਜਿਹੜਾ, ਅੱਜ ਦਾ ਦਿਨ ਸਾਧ ਸੰਗਤ ਬੜਾ ਦੁਖਾਂਤ ਦਾ ਦਿਨ ਹੈ। ਛੋਟਾ ਘੱਲੂਘਾਰਾ ਆਪ ਸੰਗਤ ਨੂੰ ਪਤਾ ਹੈ, ਛੋਟਾ ਘੱਲੂਘਾਰਾ ਵਾਪਰਿਆ ਸੀ 1746 ਦੇ ਵਿੱਚ। ਭਾਵੇਂ ਛੋਟਾ ਘੱਲੂਘਾਰਾ ਕਹਿ ਦਿੰਦੇ ਆ, ਜਿਹੜਾ ਵੱਡਾ ਘੱਲੂਘਾਰਾ ਸੀ ਉਹ 1762 ਦੇ ਵਿੱਚ ਵਾਪਰਿਆ ਸੀ। ਇਹਦੇ ਵਿੱਚ ਜਿਹੜੇ ਸ਼ਹੀਦ ਸਿੰਘ ਹੋਏ ਆ, ਘੱਟੋ ਘੱਟ 15,000 ਸਿੰਘ ਸ਼ਹੀਦ ਹੋਏ ਆ। ਭਾਵੇਂ ਸਿੰਘ ਤਾਂ ਘੱਟ ਸ਼ਹੀਦ ਹੋਏ ਐ, ਉਹ ਜਿਹੜਾ ਵੱਡਾ ਘੱਲੂਘਾਰਾ ਸੀ ਉਹਦੇ ਵਿੱਚ 35,000 ਸਿੰਘ ਸ਼ਹੀਦ ਹੋਏ ਐ। ਇਸੇ ਕਰਕੇ ਉਹਨੂੰ ਵੱਡਾ ਘੱਲੂਘਾਰਾ ਕਹਿ ਦਿੰਦੇ ਆ, ਪਰ ਹੈ ਤਾਂ ਛੋਟਾ ਘੱਲੂਘਾਰਾ। ਸਾਧ ਸੰਗਤ, ਜਦੋਂ ਆਪਣੇ ਘਰਾਂ ਦੇ ਵਿੱਚ ਇੱਕ ਵੀ ਸਰੀਰ ਕਿਤੇ ਚੜ੍ਹਾਈ ਕਰ ਜਾਂਦਾ ਹੈ, ਉਹ ਸੱਥਰਾਂ ਦੇ ਸੱਥਰ ਵਿਛ ਜਾਂਦੇ ਐ। ਪਰ ਗੁਰੂ ਕੇ ਸਿੱਖਾਂ ਦੇ ਤਾਂ ਪਤਾ ਹੀ ਨਹੀਂ ਕਿੰਨੇ ਕੁ ਸਰੀਰ ਅਗਨ ਭੇਟ ਹੋਏ ਸਨ, ਕਿੰਨੇ ਕੁ ਸਰੀਰ ਸਾੜੇ ਗਏ ਸੀ। ਕਿਉਂਕਿ ਜਿਸ ਵਕਤ ਜਸਪਤ ਰਾਏ ਸੀ, ਜਸਪਤ ਰਾਈ ਇਹ ਘੱਲੂਘਾਰੇ ਦਾ ਕਾਰਨ ਬਣਿਆ ਸੀ ਵਾਪਰਨ ਦਾ। ਜਸਪਤ ਰਾਏ ਜਿਹੜਾ ਅੱਜ ਆਪਾਂ ਲਾਹੌਰ ਦੇ ਵਿੱਚ ਅਸਥਾਨ ਦੇ ਦਰਸ਼ਨ ਕਰਦੇ ਆ, ਰੋੜੀ ਸਾਹਿਬ ਅਸਥਾਨ ਸੀ ਹੈ। ਰੋੜੀ ਸਾਹਿਬ ਜਿੱਥੇ ਮਹਾਰਾਜ ਨੇ ਰੋੜਾਂ ਕੀ ਗੁਰ ਕਰੀ ਵਿਛਾਈ, ਭਾਈ ਗੁਰਦਾਸ ਸਾਹਿਬ ਜੀ ਲਿਖਦੇ ਆ, ਉੱਥੇ ਸਿੱਖਾਂ ਦੇ ਕੇਸਾਂ ਦੀ ਬੇਅਦਬੀ ਕੀਤੀ ਸੀ ਜਸਪਤ ਰਾਏ ਨੇ। ਲਾਹੌਰ ਦਾ ਕੁੱਕਰ ਸੀ ਇਹ, ਇਸ ਕਰਕੇ ਭਾਈ ਇਹਨੇ ਸਿੱਖਾਂ ਦੇ ਕੇਸਾਂ ਦੀ ਬੇਅਦਬੀ ਕੀਤੀ ਤੇ ਸਮਾਂ ਆਇਆ ਇਹ ਮਾਰਿਆ ਗਿਆ। ਜਦੋਂ ਮਾਰਿਆ ਗਿਆ ਅਤੇ ਇਹਦਾ ਇੱਕ ਵੱਡਾ ਭਰਾ ਸੀ, ਵੱਡਾ ਸੀ ਭਰਾ ਸੀ, ਲਖਪਤ ਰਾਏ ਸੀ। ਲਖਪਤ ਰਾਏ ਨੇ ਸਹੁੰ ਚੁੱਕੀ ਕਿ ਜਿੱਥੇ ਵੀ ਗੁਰੂ ਘਰ ਦੇ ਸਿੱਖ ਰਹਿੰਦੇ ਐ, ਮੈਂ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾ ਦੇਵਾਂਗਾ, ਸਿੱਖਾਂ ਨੂੰ ਮੈਂ ਮਾਰ ਦੇਵਾਂਗਾ, ਕਤਲੇਆਮ ਕਰ ਦੇਵਾਂਗਾ। ਉਸ ਵਕਤ ਜਿੱਥੇ ਵੀ ਭਾਈ ਸਿੱਖ ਰਹਿੰਦੇ ਸੀ, ਇਹ ਸਿੱਖਾਂ ਦਾ ਕਤਲ ਕਰਨ ਲੱਗਿਆ ਲਖਪਤ ਰਾਏ। ਇੱਧਰ ਨਵਾਬ ਕਪੂਰ ਸਿੰਘ ਜੋ ਸਾਧ ਸੰਗਤ ਮਿਸਲਾਂ ਦੇ ਸਰਦਾਰ ਸਨ, ਜਰਨੈਲ ਸੀ ਮਿਸਲਾਂ ਦੇ, ਅਤੇ ਇਹਨਾਂ ਨੇ ਸਾਰੇ ਮਿਸਲਾਂ ਦੇ ਜਰਨੈਲਾਂ ਨੂੰ ਫਿਰ ਇੱਕ ਚਿੱਠੀ ਘੱਲੀ ਹੈ, ਪੱਤਰ ਘੱਲਿਆ, ਸੁਨੇਹਾ ਘੱਲਿਆ ਕਿ ਸਾਰੇ ਹੀ ਆਓ। ਗੁਰਦਾਸਪੁਰ ਦੇ ਵਿੱਚ ਇਹਨਾਂ ਦੀ ਸਾਰੀ ਮੀਟਿੰਗ ਹੋਈ ਹੈ। ਗੁਰਦਾਸਪੁਰ ਦੇ ਵਿੱਚ ਸਾਧ ਸੰਗਤ ਕਾਹਨੂੰਵਾਨ, ਉੱਥੇ ਨਗਰ ਦੇ ਵਿੱਚ ਇਹਨਾਂ ਨੂੰ ਬੁਲਾਇਆ ਗਿਆ ਕਿ ਉੱਥੇ ਸਾਰੇ ਇਕੱਤਰ ਹੋਵੋ, ਇਕੱਠੇ ਹੋਵੋ। ਘੱਟੋ ਘੱਟ 20 ਮਿਸਲਾਂ ਸਨ ਉਸ ਵਕਤ। 20 ਮਿਸਲਾਂ ਦੇ ਵਿੱਚ ਇੱਕ ਜਰਨੈਲ ਦੇ ਕੋਲੇ 1500 2000 ਸਿੰਘ ਹੋਇਆ ਕਰਦੇ ਸਨ, ਫੌਜਾਂ ਹੋਇਆ ਕਰਦੀਆਂ ਸੀ। ਅਤੇ ਸਾਰੀਆਂ ਹੀ ਫੌਜਾਂ ਦਾ ਜਿਹੜਾ ਇਕੱਠ ਸੀ ਉਸ ਵਕਤ 20 ਤੋਂ 30 ਹਜ਼ਾਰ ਹੋਇਆ। ਤੇ ਆ ਕੇ ਸਾਧ ਸੰਗਤ ਕਾਹਨੂੰਵਾਨ ਨਗਰ ਦੇ ਵਿੱਚ ਗੁਰਦਾਸਪੁਰ ਜ਼ਿਲ੍ਹਾ, ਉੱਥੇ ਆ ਕੇ ਇਹ ਸਾਰੀਆਂ ਮਿਸਲਾਂ ਠਹਿਰੀਆਂ ਨੇ। ਆਪਸ ਦੇ ਵਿੱਚ ਜੰਗ ਹੋਣ ਲੱਗੀ ਹੈ। ਸਿੰਘਾਂ ਦੇ ਕੋਲੇ ਜਿਹੜਾ ਅੰਨ ਪਾਣੀ ਹੈ ਸਾਧ ਸੰਗਤ ਘਟਦਾ ਜਾ ਰਿਹਾ ਹੈ। ਸਿੰਘ ਕੀ ਕਰਦੇ ਹੈ, ਜਿਹੜਾ ਆਇਆ ਸੀ ਲਖਪਤ ਰਾਏ ਸਿੰਘਾਂ ਦੇ ਉੱਪਰ ਚੜ੍ਹ ਕੇ ਆਇਆ ਸੀ, ਅਤੇ ਲਖਪਤ ਰਾਏ ਦੇ ਉਹਨਾਂ ਦੇ ਜਰਨੈਲਾਂ ਦਾ ਹੀ ਸਿੰਘ ਉਹਨਾਂ ਦੇ ਉੱਪਰ ਲੁੱਟਾਂ ਖੋਹਾਂ ਕਰਕੇ ਅਤੇ ਉਹਨਾਂ ਨੂੰ ਲੁੱਟ ਕੇ ਉਹਨਾਂ ਦਾ ਅੰਨ ਪਾਣੀ ਖੋਹ ਕੇ ਲੈ ਆਇਆ ਕਰਦੇ ਸੀ। ਇੱਕ ਵਾਰੀ ਕੀ ਹੋਇਆ, ਜਦੋਂ ਇਹ ਮੋਰਚਾ ਲੱਗਿਆ ਹੋਇਆ, ਸਿੰਘ ਸਜੇ ਹੋਏ ਆ ਕਾਹਨੂੰਵਾਨ ਦੇ ਵਿੱਚ, ਉਦੋਂ ਅੰਨ ਸਭ ਖਤਮ ਹੋ ਗਿਆ, ਸਿੱਖਾਂ ਦੇ ਕੋਲੇ ਕੁਝ ਨਹੀਂ ਬਚਿਆ। ਇੱਧਰ ਸਾਧ ਸੰਗਤ ਜੂਠਾ ਆਨੰਦ ਸੀ ਜਿਹੜਾ ਲਾਹੌਰ ਦਾ, ਇਹ ਵੀ ਸਾਧ ਸੰਗਤ ਇੱਕ ਲਾਹੌਰ ਦੇ ਵਿੱਚ ਹੀ ਕੰਮ ਕਰਿਆ ਕਰਦਾ ਸੀ, ਨੌਕਰੀ ਕਰਦਾ ਸੀ। ਅਤੇ ਜਦੋਂ ਉਹਨੂੰ ਪਤਾ ਲੱਗਿਆ ਕਿ ਸਿੱਖਾਂ ਦਾ ਤਾਂ ਸਭ ਕੁਝ ਧਨ ਦੌਲਤ ਲੁੱਟਿਆ ਗਿਆ, ਇਸੇ ਤਰ੍ਹਾਂ ਅੰਨ ਉਹਨਾਂ ਦੇ ਕੋਲੇ ਬਚਿਆ ਨਹੀਂ ਹੈ, ਉਹਨੇ ਫਿਰ ਜਿਹੜੇ ਆਪਣੇ ਗੱਡਿਆਂ ਦੇ ਗੱਡੇ ਭਰ ਕੇ ਫਿਰ ਭੇਜੇ ਸਨ, ਹਜ਼ਾਰਾਂ ਗੱਡੇ ਭਰ ਕੇ ਜੋ ਇਹ ਭੇਜੇ ਸਨ। ਉਸ ਵਕਤ ਸਿੱਖਾਂ ਨੂੰ ਨਾਲੇ ਕਹਿ ਦਿੱਤਾ ਸੀ ਕਿ ਇੱਥੇ ਗੱਡੇ ਆ ਰਹੇ ਆ, ਉਹਨਾਂ ਗੱਡਿਆਂ ਦੇ ਤਾਂ ਹੀ ਤੁਸੀਂ ਲੁੱਟ ਲਵੋ। ਸਿੱਖਾਂ ਨੇ ਉਹ ਗੱਡੇ ਲੁੱਟੇ ਸੀ।
ਜਦੋਂ ਲਖਪਤ ਰਾਏ ਨੂੰ ਪਤਾ ਲੱਗਿਆ ਕਿ ਹੁਣ ਸਿੱਖਾਂ ਨੂੰ ਭਾਈ ਖਤਮ ਕਰਨਾ ਬੜਾ ਔਖਾ ਹੈ, ਉਦੋਂ ਕੀ ਕੀਤਾ, ਜਿਹੜੇ ਪਹਾੜੀ ਰਾਜੇ ਸੀ ਉਹਨਾਂ ਦੇ ਤਾਈਂ ਵੀ ਉਹਨੇ ਹੁਕਮ ਕਰ ਦਿੱਤਾ। ਪਹਾੜੀ ਰਾਜਿਆਂ ਦੇ ਤਾਈਂ ਵੀ ਕਿਹਾ ਕਿ ਇਹਨਾਂ ਦੇ ਤਾਈਂ ਕਿਤੇ ਵੀ ਲੰਗਰ ਲਿਆਉਣ ਵਾਸਤੇ ਜਾਂ ਇਹਨਾਂ ਨੂੰ ਕਿਤੇ ਜਾਣ ਨਾ ਦਿੱਤਾ ਜਾਵੇ, ਭੱਜਣ ਨਾ ਦਿੱਤਾ ਜਾਵੇ। ਇਧਰੋਂ ਬਿਆਸ ਦਰਿਆ ਵਧਿਆ ਹੋਇਆ ਸੀ, ਕਿਤੋਂ ਲੰਘਿਆ ਨਹੀਂ ਸੀ ਜਾ ਰਿਹਾ। ਇਧਰ ਚਾਰੇ ਪਾਸੇ ਸਾਧ ਸੰਗਤ ਲਖਪਤ ਰਾਏ ਨੇ ਆਪਣੀ ਫੌਜ ਦਾ ਪਹਿਰਾ ਦਿੱਤਾ ਹੋਇਆ ਸੀ, ਘੇਰਾ ਪਾਇਆ ਹੋਇਆ ਸੀ ਸਿੰਘਾਂ ਨੂੰ। ਸਿੰਘ ਵਿਚਾਲੇ ਸਨ ਕਾਹਨੂੰਵਾਨ ਦੇ, ਗੁਰਦਾਸਪੁਰ ਨਗਰ ਜ਼ਿਲ੍ਹੇ ਦੇ ਵਿੱਚ ਕਾਹਨੂੰਵਾਨ ਹੈ, ਉੱਥੇ ਵਿਚਾਲੇ ਸਨ, ਕਿਤੇ ਆ ਜਾ ਨਹੀਂ ਸੀ ਸਕਦੇ। ਬਹੁਤ ਜ਼ਿਆਦਾ ਕਠਿਨ ਸਮਾਂ ਆਇਆ ਸਿੱਖਾਂ ਦੇ ਉੱਪਰ। ਜਦੋਂ ਐਸਾ ਸਮਾਂ ਆਇਆ, ਉਸ ਵਕਤ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲੇ ਅਰਦਾਸ ਕੀਤੀ ਹੈ। ਬਹੁਤ ਵੱਡੀ 3 ਮਹੀਨੇ ਇਤਿਹਾਸ ਕਹਿੰਦਾ ਕਿ 3 ਮਹੀਨੇ ਇਹ ਸਮਾਂ ਚੱਲਦਾ ਰਿਹਾ ਇਸੇ ਤਰ੍ਹਾਂ। ਕੋਈ ਕਿਸੇ ਨੂੰ ਲੁੱਟਦਾ ਸੀ, ਕੋਈ ਕਿਸੇ ਨੂੰ ਲੁੱਟਦਾ ਸੀ। 3 ਮਹੀਨੇ ਦਾ ਸਮਾਂ ਇਸੇ ਤਰ੍ਹਾਂ ਜਦੋਂ ਚੱਲਦਾ ਰਿਹਾ, ਫਿਰ ਸਾਧ ਸੰਗਤ ਅਖੀਰ ਤੇ ਜਦੋਂ ਲਖਪਤ ਰਾਏ ਹਾਰ ਗਿਆ, ਉਹਨੇ ਕੀ ਕੀਤਾ, ਜੰਗਲ ਨੂੰ ਅੱਗ ਲਾਉਣੀ ਸ਼ੁਰੂ ਕਰ ਦਿੱਤੀ ਹੈ। ਜਿੱਥੇ ਸਿੰਘ ਰਹਿੰਦੇ ਸਨ ਜੰਗਲ ਨੂੰ ਅੱਗ ਲਾਉਂਦਾ ਹੈ, ਅਤੇ ਜਿੱਥੇ ਜੰਗਲ ਨੂੰ ਅੱਗ ਲਾਉਂਦਾ ਹੈ ਉੱਥੇ ਜੰਗਲ ਨੂੰ ਵੱਢੀ ਜਾ ਰਿਹਾ, ਖਾਤਮਾ ਕਰੀ ਜਾ ਰਿਹਾ। ਅਖੀਰ ਤੇ ਕੀ ਹੋਇਆ, ਸਿੰਘਾਂ ਦੇ ਸਾਧ ਸੰਗਤ ਸਰੀਰ ਤਨ ਨੇ ਜਿਹੜੇ ਅਗਨ ਭੇਟ ਹੁੰਦੇ ਐ, ਅੱਗ ਦੇ ਨਾਲ ਸੜਦੇ ਐ, ਅੱਗ ਦੇ ਨਾਲ ਸਰੀਰਾਂ ਦੇ ਤਾਈਂ ਅੱਗ ਲੱਗਦੀ ਹੈ, ਜਿਉਂਦੇ ਫਿਰ ਸੜ ਜਾਂਦੇ ਐ। ਘੱਟੋ ਘੱਟ 15,000 ਉੱਥੇ ਸਿੰਘਾਂ ਦੀ ਸ਼ਹੀਦੀ ਹੁੰਦੀ ਹੈ। ਸ਼ਹੀਦੀ ਹੁੰਦੀ ਹੈ 15,000 ਸਿੰਘਾਂ ਦੀ ਸ਼ਹੀਦੀ, ਜਿਹਨੂੰ ਛੋਟਾ ਘੱਲੂਘਾਰਾ ਆਪਾਂ ਕਹਿ ਦਿੰਦੇ ਆ ਵਾਪਰਿਆ। ਇਹ 1746 ਦੇ ਵਿੱਚ ਵਾਪਰਿਆ। ਵੱਡਾ ਘੱਲੂਘਾਰਾ 1762 ਦੇ ਵਿੱਚ ਵਾਪਰਿਆ, ਉਹ 14 ਕੁ 12 ਕੁ ਸਾਲ ਬਾਅਦ ਵਾਪਰਿਆ ਸੀ। ਇਸ ਤਰ੍ਹਾਂ ਸਿੰਘਾਂ ਦੀ ਸ਼ਹੀਦੀ ਹੁੰਦੀ ਹੈ। ਇਹ ਜਿਹੜੀਆਂ ਭਾਈ ਕਮਾਈਆਂ ਹੁੰਦੀਆਂ ਨੇ, ਵੱਡਿਆਂ ਦੀਆਂ ਕਮਾਈਆਂ ਕੀਤੀਆਂ ਹੋਈਆਂ, ਉਹਨਾਂ ਦੇ ਕਰਕੇ ਉਹਨਾਂ ਨੇ ਸ਼ਹੀਦੀਆਂ ਪਾਈਆਂ। ਅੱਜ ਅਸੀਂ ਜਿਉਂਦੇ ਪਏ ਹਾਂ, ਅੱਜ ਅਸੀਂ ਆਪਣਾ ਸਿਰ ਉੱਚਾ ਕਰਕੇ ਜਿਉਂਦੇ ਹਾਂ। ਪਰ ਸਾਧ ਸੰਗਤ ਜਿੰਨਾ ਚਿਕ ਅਸੀਂ ਆਪਣੇ ਬੱਚਿਆਂ ਨੂੰ ਆਜ਼ਾਦੀ ਦੀ ਗੱਲ ਨਹੀਂ ਕਰਾਂਗੇ, ਉਹਨਾਂ ਚਿਕ ਅਸੀਂ ਆਪਣੀ ਧੌਣ ਉੱਚੀ ਕਰਕੇ ਫਿਰ ਉੱਠ ਕੇ ਚੁੱਕ ਕੇ ਭਾਈ ਤੁਰ ਨਹੀਂ ਸਕਦੇ ਕਿਤੇ। ਕਿਉਂਕਿ ਜਦੋਂ ਅਸੀਂ ਕੋਈ ਕਿਸੇ ਆਜ਼ਾਦੀ ਦੀ ਗੱਲ ਕਰਦੇ ਹਾਂ, ਸਾਡੇ ਆਪਣੇ ਹੀ ਸਾਡੀਆਂ ਧੌਣਾਂ ਥੱਲੇ ਕਰਾ ਦਿੰਦੇ ਆ। ਉਸੇ ਵਕਤ ਹੀ ਸਾਨੂੰ ਮਾਰਨ ਦੀਆਂ ਗੱਲਾਂ ਕਰਦੇ ਆ, ਧਮਕੀਆਂ ਦਿੰਦੇ ਆ। ਇਹ ਕਾਰਨ ਹੈ ਕਿਉਂਕਿ ਇਹ ਸਾਡੇ ਸਿੱਖਾਂ ਦੇ ਵਿੱਚ ਹੀ ਇੱਕ ਭਾਈ ਘਾਣ ਹੈ। ਸਿੱਖਾਂ ਦੇ ਵਿੱਚ ਹੀ ਇੱਕ ਘਣ ਲੱਗਿਆ ਹੋਇਆ ਹੈ। ਕਿਉਂ ਲੱਗਿਆ ਹੋਇਆ ਹੈ? ਜਿਸ ਵਕਤ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਜੰਗ ਲੜ ਕੇ ਆਏ ਸੀ ਅਤੇ ਸਾਧ ਸੰਗਤ ਜਿਹੜੇ ਤੁਰਕਾਂ ਦਾ ਨਾਸ਼ ਕੀਤਾ ਸੀ, ਸਿੰਘਾਂ ਦੇ ਤਾਈਂ ਗੁਰੂ ਮਹਾਰਾਜ ਹੁਕਮ ਕਰਕੇ ਆਏ ਸੀ ਕਿ ਸਿੰਘੋ, ਇਹਨਾਂ ਜਿਹੜੇ ਤੁਰਕਾਂ ਨੂੰ ਸਾਰਿਆਂ ਨੂੰ ਹੀ ਮਿੱਟੀ ਦੇ ਵਿੱਚ ਦਫਨ ਕਰ ਦਿਓ। ਇਹ ਕਾਰਨ ਸੀਗਾ, ਸੱਚੇ ਪਾਤਸ਼ਾਹ ਮਹਾਰਾਜ ਜੀ ਉਹਨਾਂ ਦੇ ਧਰਮ ਦੇ ਵਿੱਚ ਜਿਸ ਤਰ੍ਹਾਂ ਹੁੰਦਾ ਹੈ ਉਸ ਤਰ੍ਹਾਂ ਕਹਿ ਕੇ ਆਏ ਸੀ। ਅਤੇ ਸਾਡੇ ਵਰਗੇ ਸਿੰਘਾਂ ਨੇ ਉਸ ਵਕਤ ਮਿੱਟੀ ਪੁੱਟਣ ਦੀ ਕੀ ਗੱਲ ਹੈ, ਮਹਾਰਾਜ ਕਿੰਨੀ ਕੁ ਮਿੱਟੀ ਪੁੱਟਾਂਗੇ। ਜਦੋਂ ਬਾਬਾ ਅਜੀਤ ਸਿੰਘ ਜੀ ਹੋਏ ਹੈ, ਜਦੋਂ ਉਹਨਾਂ ਦਾ ਜੋ ਆਗਮਨ ਹੋਇਆ, ਪ੍ਰਕਾਸ਼ ਹੋਇਆ, ਸਾਧ ਸੰਗਤ ਉਸ ਵਕਤ ਗੁਰੂ ਗੋਬਿੰਦ ਸਿੰਘ ਮਹਾਰਾਜ ਤਾਂ ਮਹਿਲਾਂ ਦੇ ਵਿੱਚ ਚਲੇ ਗਏ। ਇੱਧਰ ਜੰਗ ਦੇ ਸਮੇਂ ਉਸ ਵਕਤ ਦੇ ਸਿੰਘਾਂ ਨੇ ਕੀ ਕੀਤਾ ਕਿ ਲੱਕੜਾਂ ਬਾਲੀਆਂ ਨੇ ਅਤੇ ਸਾਰਿਆਂ ਨੂੰ ਹੀ ਅੱਗ ਦੇ ਵਿੱਚ ਲਾ ਦਿੱਤਾ, ਤੁਰਕਾਂ ਨੂੰ ਵੀ ਸਾੜ ਦਿੱਤਾ ਸੀ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਆ ਕੇ ਪੁੱਛਿਆ ਕਿ ਭਾਈ ਸਿੰਘੋ, ਉਹਨਾਂ ਤੁਰਕਾਂ ਦਾ ਤੁਸੀਂ ਕੀ ਕੀਤਾ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਉਹ ਜਦੋਂ ਸਿੰਘ ਕਹਿਣ ਲੱਗੇ ਕਿ ਮਹਾਰਾਜ ਉਹਨਾਂ ਤੁਰਕਾਂ ਨੂੰ ਅਸੀਂ ਅੱਗ ਦੇ ਵਿੱਚ ਹੀ ਸਾੜ ਦਿੱਤਾ, ਮਹਾਰਾਜ ਮਿੱਟੀ ਕਿੰਨੀ ਕੁ ਪੁੱਟਦੇ। ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਕਿ ਭਾਈ ਤੁਸੀਂ ਇਹ ਬਹੁਤ ਵੱਡੀ ਗਲਤੀ ਕੀਤੀ ਹੈ। ਆਉਣ ਵਾਲਾ ਸਮਾਂ ਇਹ ਤੁਹਾਡੇ ਘਰਾਂ ਦੇ ਵਿੱਚ ਹੀ ਜਨਮ ਲੈ ਕੇ ਤੁਹਾਡੇ ਦੇ ਉੱਪਰ ਅਟੈਕ ਕਰਿਆ ਕਰਨਗੇ। ਅੱਜ ਉਹੀ ਹੈ, ਇਹ ਕੋਈ ਹੋਰ ਨਹੀਂ ਹੈ। ਜਿਹੜਾ ਸਾਧ ਸੰਗਤ ਸਰੀਰ ਤਾਂ ਸੰਤਾਂ ਵਾਲਾ ਹੁੰਦਾ ਹੈ, ਸਰੀਰ ਤਾਂ ਗੁਰਸਿੱਖਾਂ ਵਾਲਾ ਹੁੰਦਾ ਹੈ। ਵੱਡੇ ਵੱਡੇ ਦਾੜੇ ਛੱਡੇ ਹੁੰਦੇ ਐ, ਵੱਡੇ ਵੱਡੇ ਗਾਤਰੇ ਪਾਏ ਹੁੰਦੇ ਐ, ਅਸਲ ਦੇ ਵਿੱਚ ਉਹ ਬੇਰੂਪੀਏ ਹੁੰਦੇ ਐ। ਕਾਰਨ ਕੀ ਹੈ? ਇਹ ਸਾਡੇ ਵੱਡਿਆਂ ਵਡੇਰਿਆਂ ਦੀ ਕਿਤੇ ਨਾ ਕਿਤੇ ਸਾਧ ਸੰਗਤ ਜਿਵੇਂ ਕਿਵੇਂ ਮਰਜ਼ੀ ਕਹਿ ਲਈਏ, ਉਹਨਾਂ ਦੀ ਕੀਤੀ ਹੋਈ ਭੁੱਲ ਦਾ ਇਹ ਕਾਰਨ ਸਾਨੂੰ ਅੱਜ ਜਿਹੜਾ ਵਾਪਰ ਰਿਹਾ। ਉਹੀ ਸਾਡੇ ਸਿੱਖਾਂ ਦੇ ਘਰਾਂ ਦੇ ਵਿੱਚ ਜਨਮ ਲੈਂਦੇ ਐ, ਸਾਡੇ ਉੱਪਰ ਅਟੈਕ
ਚੈੱਕ ਕਰਦੇ ਆ, ਮਾੜਾ ਜਿਹਾ ਧਨ ਦੌਲਤ ਦੇਣ ਦੇ ਨਾਲ ਉਹ ਵਿਕ ਕੇ ਭਾਈ ਕੁਝ ਨਾ ਕੁਝ ਜਿਹੜਾ ਐਸਾ ਜਿਹੜਾ ਕਿੱਸਾ ਵਰਤਾ ਜਾਂਦੇ ਆ। ਸਿੱਖ ਕਦੇ ਜਿਹੜਾ ਵਿਕਦਾ ਨਹੀਂ ਹੁੰਦਾ। ਸਿੱਖ ਦੇ ਤੇ ਘਰਾਂ ਦੇ ਵਿੱਚ ਬੱਚਿਆਂ ਦੇ ਟੋਟੇ ਵੀ ਹੋ ਜਾਣ, ਸਿੱਖਾਂ ਦੇ ਘਰਾਂ ਦੇ ਵਿੱਚ ਤਾਂ ਭਾਈ ਬੰਦ ਵੀ ਕੱਟੇ ਜਾਣ, ਸਿੱਖਾਂ ਦੇ ਤਾਂ ਬੰਦ ਵੀ ਕੱਟੇ ਜਾਣ, ਟੋਟੇ ਵੀ ਹੋ ਜਾਣ, ਸੀਸ ਹੈ ਜਿਹੜਾ ਤਲ ਤੋਂ ਜੁਦਾ ਵੀ ਹੋ ਜਾਵੇ, ਸਿੱਖ ਤਾਂ ਵੀ ਹਾਰਦਾ ਨਹੀਂ ਹੁੰਦਾ। ਇਹ ਖੂਨ ਕਿਸੇ ਦੇ ਹੈ, ਇਸ ਕਰਕੇ ਸਿੱਖ ਕਦੇ ਵੀ ਹਾਰਦਾ ਨਹੀਂ ਹੁੰਦਾ। ਇਹ ਉਸ ਵਕਤ ਦਾ ਜਿਹੜਾ ਦੁਖਾਂਤ ਸੀ 1900 ਵਾਹਿਗੁਰੂ 1746 ਦੇ ਵਿੱਚ ਜਿਹੜਾ ਛੋਟਾ ਘੱਲੂਘਾਰਾ ਵਾਪਰਿਆ ਸੀ। ਜਦੋਂ ਵਾਪਰਿਆ ਸਾਧ ਸੰਗਤ, ਇਹ ਥੋੜਾ ਸਮਾਂ ਹੀ ਹੋਇਆ ਜਿਹੜਾ ਉਹ ਅੱਜ ਗੁਰਦੁਆਰਾ ਸਾਹਿਬ ਬਹੁਤ ਸੁੰਦਰ ਅਸਥਾਨ ਬਣਿਆ ਹੋਇਆ ਸ਼ਹੀਦਾਂ ਦੀ ਯਾਦ ਦੇ ਵਿੱਚ। ਜਿੰਨੇ ਵੀ ਸ਼ਹੀਦ ਹੋਏ ਆ ਉਹਨਾਂ ਦੀ ਯਾਦ ਦੇ ਵਿੱਚ ਬਣਿਆ। ਨਾਲ ਹੀ ਸੰਤ ਜਰਨੈਲ ਸਿੰਘ ਮਹਾਂਪੁਰਖ ਉਹਨਾਂ ਦੀ ਯਾਦ ਦੇ ਵਿੱਚ ਉਹ ਪਾਵਨ ਅਸਥਾਨ ਬਣਿਆ ਹੋਇਆ। ਕਿਉਂਕਿ ਬੜੇ ਯਤਨ ਕੀਤੇ ਗਏ ਸੀ ਪਿੰਡ ਵਾਲਿਆਂ ਦੇ, ਉਥੋਂ ਦੇ ਜਿਹੜੇ ਨਗਰ ਵਾਲੇ ਸੀ ਉਹਨਾਂ ਨੇ ਬੜਾ ਜ਼ੋਰ ਲਾਇਆ ਸੀ ਕਿ ਇੱਥੇ ਅਸਥਾਨ ਨਾ ਬਣਾਇਆ ਜਾਵੇ। ਕਾਹਨੂੰਵਾਨ ਨਗਰ ਦੇ ਵਿੱਚ ਬਹੁਤ ਜ਼ਿਆਦਾ ਜ਼ੋਰ ਲਾਇਆ ਸੀ। ਅੱਜ ਵੀ ਉਹ ਗੱਲ ਭਾਈ ਪ੍ਰਗਟ ਹੈ। ਕਹਿੰਦੇ ਜਿੰਨਾ ਜ਼ੋਰ ਲਾਉਂਦੇ ਸੀ ਸਾਰੇ ਹੰਬ ਹਾਰ ਜਾਂਦੇ ਸੀ। ਜੋ ਕੁਝ ਬਣਾ ਕੇ ਜਾਂਦੇ ਸੀ ਪਿੰਡ ਵਾਲੇ ਨਗਰ ਵਾਲੇ, ਸਭ ਕੁਝ ਜੋ ਢੱਠ ਜਾਂਦਾ ਸੀ। ਫਿਰ ਕਿਸੇ ਸਿੱਖ ਦਾ ਨਾਮ ਲੱਗਿਆ ਸੀ ਕਿ ਆਹ ਢਾਉਂਦਾ ਹੈ, ਉਹ ਫਿਰ ਜਦੋਂ ਸਿੱਖ ਦਾ ਨਾਮ ਲੱਗਿਆ ਸਾਧ ਸੰਗਤ ਕੇਸ ਲੜੇ ਹੈ, ਅਤੇ ਕੇਸਾਂ ਦੇ ਵਿੱਚ ਵਾਹਿਗੁਰੂ ਜੋ ਪੁਲਿਸ ਦੇ ਕੋਲੇ ਇਹ ਗੱਲਾਂ ਗਈਆਂ ਸੀ ਉਸ ਵਕਤ ਦੀਆਂ ਗੱਲਾਂ ਨੇ। ਸਭ ਕੁਝ ਉਹ ਪ੍ਰਤੱਖ ਇਤਿਹਾਸ ਜਦੋਂ ਪੜ੍ਹੋਗੇ, ਅਤੇ ਕਹਿੰਦੇ ਪੁਲਿਸ ਵੀ ਹੰਬ ਹਾਰ ਗਈ ਸੀ ਅਤੇ ਉਸ ਸਿੱਖ ਨੂੰ ਫਿਰ ਜੇਲ੍ਹ ਦੇ ਵਿੱਚ ਹੀ ਰੱਖਿਆ ਸੀ ਕਿ ਤੂੰ ਉਹਨਾਂ ਦਾ ਜਿਹੜਾ ਕੰਮ ਵਿਗਾੜਦਾ ਹੈ। ਕੀ ਹੁੰਦਾ ਸੀ ਕਿ ਉਹ ਜੋ ਕੁਝ ਵੀ ਕਰਦੇ ਸੀ ਸਭ ਕੁਝ ਨਾਸ ਹੋ ਜਾਂਦਾ ਸੀ, ਕਿਉਂਕਿ ਸ਼ਹੀਦਾਂ ਤੋਂ ਪਰੇ ਸਨ। ਤੇ ਜਿਸ ਵਕਤ ਉਹਨਾਂ ਨੇ ਅਰਦਾਸ ਕੀਤੀ ਕਿ ਮਹਾਰਾਜ ਅੱਜ ਤੋਂ ਬਾਅਦ ਇੱਥੇ ਕੁਝ ਨਹੀਂ ਹੋਵੇਗਾ, ਜਿਸ ਤਰ੍ਹਾਂ ਸ਼ਹੀਦਾਂ ਦੀ ਜਗ੍ਹਾ ਸਿੱਖ ਬਣਾਉਣਾ ਚਾਹੁੰਦੇ ਆ ਉਹ ਬਣਾ ਲੈਣ। ਅੱਜ ਉਸੇ ਤਰ੍ਹਾਂ ਭਾਈ ਸ਼ਹੀਦਾਂ ਦੀਆਂ ਸ਼ਕਤੀਆਂ ਉੱਥੇ ਵਾਪਰਦੀਆਂ ਨੇ। ਗੁਰਦਾਸਪੁਰ ਨਗਰ ਹੈ, ਦਰਸ਼ਨ ਕਰਨ ਵਾਸਤੇ ਬੜੀਆਂ ਸਿੱਖ ਸੰਗਤਾਂ ਜਾਂਦੀਆਂ ਨੇ। ਅੱਜ ਦਾ ਜਿਹੜਾ ਦੁਖਾਂਤ ਸੀ ਕਿ 1746 ਦੇ ਵਿੱਚ ਛੋਟਾ ਘੱਲੂਘਾਰਾ ਵਾਪਰਿਆ। ਇੱਥੇ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਆ ਕਿ ਭਾਈ ਜਿਤ ਕੋ ਲਾਇਆ ਤਿਤ ਹੀ ਲਾਗਾ, ਤੇ ਸਗਲ ਕੁਟੰਬ ਡਬਾਵ ਹੈ। ਅਤੇ ਜਿਹੜਾ ਠੱਗਾਂ ਕਰਦੇ ਆ, ਠੱਗੀਆਂ ਮਾਰਦੇ ਆ, ਚੋਰੀਆਂ ਕਰਦੇ ਆ, ਐਸੇ ਲੋਕ ਤਾਂ ਆਪਣੇ ਬੱਚਿਆਂ ਦੇ ਤਾਈਂ ਕੁਟੰਬ ਨਾਮ ਹੁੰਦਾ, ਇਸਤਰੀ ਤੋਂ ਪੈਦਾ ਹੋਏ ਗਾਹਾਂ ਬੱਚੇ, ਸੋ ਆਪਣੇ ਕੁਟੰਬ ਦੇ ਤਾਈਂ, ਬੱਚਿਆਂ ਦੇ ਤਾਈਂ, ਧੀਆਂ ਪੁੱਤਰਾਂ ਦੇ ਤਾਈਂ ਵੀ ਡੋਬ ਦਿੰਦੇ ਆ। ਕਿਉਂਕਿ ਉਹ ਵੀ ਠੱਗਾਂ ਵਾਲਾ ਠੱਗੀ ਕੀਤਾ ਹੋਇਆ ਧਨ ਦੌਲਤ ਖਾਂਦੇ ਆ। ਜਿਤ ਕੋ ਲਾਇਆ ਤਿਤ ਹੀ ਲਾਗਾ, ਤੈਸੇ ਕਰਮ ਕਮਾਵੈ। ਹੁਣ ਕਬੀਰ ਸਾਹਿਬ ਭਾਣੇ ਦੇ ਵਿੱਚ ਆ ਕੇ ਕਥਨ ਕਰਦੇ ਆ ਕਿ ਅਕਾਲ ਪੁਰਖ ਦਾ ਭਾਈ ਜਿਸ ਤਰ੍ਹਾਂ ਭਾਣਾ ਹੈ, ਭਾਣਾ ਵੀ ਮੰਨਣਾ। ਗੁਰਮੁਖ ਹੋਏ ਸੋ ਭਾਣਾ ਮੰਨੇ। ਉਹ ਭਾਈ ਗੁਰਮੁਖ ਉਹ ਹੁੰਦਾ ਜਿਹੜਾ ਭਾਣੇ ਦੇ ਵਿੱਚ ਰਹਿ ਕੇ ਗੁਰੂ ਦੇ ਭਾਣੇ ਦੇ ਤਾਈਂ ਮੰਨਦਾ। ਦੁੱਖ ਆਉਂਦਾ ਦੁੱਖ ਸਹਿ ਲੈਂਦਾ, ਸੁੱਖ ਆਉਂਦਾ ਸੁੱਖ ਸਹਿ ਲੈਂਦਾ, ਗੁਰੂ ਦਾ ਭਾਣਾ ਮੰਨਦਾ। ਇਸ ਤਰ੍ਹਾਂ ਕਹਿੰਦੇ ਆ ਕਿ ਜਿਤ ਕੋ ਲਾਇਆ ਤਿਤ ਹੀ ਲਾਗਾ, ਕਿ ਇਹਨਾਂ ਜਿਹੜਾ ਠੱਗਾਂ ਨੂੰ ਇਹਨਾਂ ਦੇ ਕਰਮਾਂ ਦੇ ਹਿਸਾਬ ਦੇ ਨਾਲ ਸੰਚਿਤ ਇਹਨਾਂ ਦੇ ਕਰਮ ਨੇ ਜਿਹੜੇ, ਇਹਨਾਂ ਕਰਮਾਂ ਦੇ ਕਰਕੇ ਇਹਨਾਂ ਨੂੰ ਜਿਤ ਕੋ ਲਾਇਆ। ਜਿੱਥੇ ਭਾਈ ਇਹਨਾਂ ਨੂੰ ਪ੍ਰਮਾਤਮਾ ਵਾਹਿਗੁਰੂ ਨੇ ਲਾਇਆ ਹੋਇਆ ਤਿਤ ਹੀ ਲਾਗਾ, ਇਹ ਉੱਥੇ ਹੀ ਲੱਗੇ ਹੋਏ ਐ। ਤੈਸੇ ਕਰਮ ਕਮਾਵੈ, ਉਸ ਤਰ੍ਹਾਂ ਦੇ ਮਾੜੇ ਕਰਮਾਂ ਦੇ ਤਾਈਂ ਇਹ ਕਮਾਉਂਦੇ ਹਨ। ਕਹੋ ਕਬੀਰ ਜਿਸ ਸਤਿਗੁਰ ਭੇਟੈ, ਪੁਨਰਪ ਜਨਮ ਨਾ ਆਵੈ। ਭਾਈ ਅਖੀਰ ਦੀਆਂ ਪੰਕਤੀਆਂ ਦੇ ਵਿੱਚ ਭਗਤ ਜੀ ਕਥਨ ਕਰਦੇ ਆ, ਕਹੋ ਕਬੀਰ, ਕਹੋ ਕਥਨ ਕਰਦੇ ਆ ਕਬੀਰ ਸਾਹਿਬ ਜੀ ਕਿ ਜਿਸ ਸਤਿਗੁਰ ਭੇਟੈ, ਭੇਟਾ ਨਾਮ ਹੁੰਦਾ ਮਿਲਣੇ ਦਾ, ਕਿ ਜਿਨ੍ਹਾਂ ਨੂੰ ਪੂਰੇ ਸਤਿਗੁਰੂ ਦੇ ਦਰਸ਼ਨ ਦੀਦਾਰ ਹੋ ਜਾਂਦੇ ਐ, ਜਿਨ੍ਹਾਂ ਨੂੰ ਪੂਰੇ ਸਤਿਗੁਰੂ ਜੀ ਮਿਲ ਜਾਂਦੇ ਐ, ਪੁਨਰਪ ਜਨਮ ਨਾ ਆਵੈ। ਉਹ ਪੁੰਨ ਰਪ ਭਾਵ ਪੁੰਨ ਦੁਬਾਰਾ ਫਿਰ ਭਾਈ ਐਸੇ ਜਿਹੜੇ ਕਠਿਨ ਸੰਸਾਰ ਦੇ ਵਿੱਚ ਨਹੀਂ ਆਉਂਦੇ, ਕਠਿਨ ਜਨਮ ਮਰਨ ਦੇ ਵਿੱਚ ਨਹੀਂ ਆਉਂਦੇ। ਜਿਸ ਜੰਮਣ ਮਰਨ ਦੇ ਵਿੱਚੋਂ ਲੰਘਣਾ ਬੜਾ ਕਠਿਨ ਹੈ, ਐਸੇ ਜੰਮਣ ਮਰਨ ਤੋਂ ਮੁਕਤ ਹੋ ਜਾਂਦੇ ਐ। ਉਹ ਆਪ ਤਾਂ ਮੁਕਤ ਹੁੰਦੇ ਐ, ਆਪ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਉਹ ਆਪ ਤਾਂ ਭਾਈ ਇਸ ਦੇ ਵਿੱਚ ਮੁਕਤ ਹੁੰਦੇ ਆ, ਆਪਣੇ ਪਰਿਵਾਰ ਦੇ ਤਾਈਂ ਵੀ ਮੁਕਤ ਕਰ ਲੈਂਦੇ ਆ। ਇੱਕ ਤਾਂ ਉਹ ਹੁੰਦੇ ਆ ਜਿਹੜੇ ਆਪਣੇ ਪਰਿਵਾਰ ਦੇ ਤਾਈਂ ਵੀ ਡੋਬ ਲੈਂਦੇ ਆ, ਅਤੇ ਇੱਕ ਉਹ ਹੁੰਦੇ ਆ ਆਪਣੇ ਪਰਿਵਾਰ ਦੇ ਤਾਈਂ ਵੀ
ਤਾਰ ਕੇ ਲੈ ਜਾਂਦੇ ਆ ਭਗਤ ਧਰੂ ਜੀ ਵਰਗੇ, ਭਗਤ ਧਰੂ ਜੀ ਵਰਗੇ, ਭਗਤ ਪ੍ਰਹਿਲਾਦ ਜੀ ਵਰਗੇ ਅਤੇ ਭਗਤਾਂ ਦੇ ਤਾਈਂ ਸੰਤਾਂ ਮਹਾਂਪੁਰਖ ਜਿਹੜੇ ਆਪ ਤਾਂ ਤਰ ਜਾਂਦੇ ਆ, ਆਪਣੇ ਪਰਿਵਾਰ ਦੇ ਤਾਈਂ ਵੀ ਤਾਰ ਕੇ ਲੈ ਜਾਂਦੇ ਆ। ਸੋ ਇਸ ਤਰ੍ਹਾਂ ਭਗਤ ਜੀ ਇੱਥੇ ਕਥਨ ਕਰਦੇ ਆ, ਅਖੀਰਲੀਆਂ ਪੰਕਤੀਆਂ ਦੇ ਵਿੱਚ ਸਾਨੂੰ ਸਮਝਾਇਆ ਹੈ ਕਿ ਜਿਨ੍ਹਾਂ ਨੂੰ ਭਾਈ ਪੂਰੇ ਗੁਰੂ ਦੇ ਦਰਸ਼ਨ ਹੋ ਜਾਂਦੇ ਆ, ਪੂਰੇ ਗੁਰੂ ਮਿਲ ਜਾਂਦੇ ਆ, ਕਿਉਂਕਿ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ। ਜਨਮ ਮਰਨ ਦਾ ਦੁੱਖ ਚਲਾ ਜਾਂਦਾ ਹੈ, ਗੁਰੂ ਦੇ ਪਰਸਨ ਹੋ ਜਾਣ, ਦਰਸ਼ਨ ਹੋ ਜਾਣ। ਸਤਿਗੁਰੂ ਜੀ ਕਿਰਪਾ ਕਰਨ। ਅੱਜ ਸਾਧ ਸੰਗਤ ਜੋ VK ਵੈਬ TV ਵਾਲੇ ਸਾਡੇ ਬਹੁਤ ਸਤਿਕਾਰਯੋਗ ਭਾਈ ਸੁਖਵਿੰਦਰ ਸਿੰਘ, ਜਿਨ੍ਹਾਂ ਨੂੰ ਪਿਆਰ ਦੇ ਨਾਲ ਸੁਖ ਵੀ ਬੁਲਾਇਆ ਜਾਂਦਾ ਹੈ, ਉਹਨਾਂ ਨੇ ਇਹ ਕਥਾ ਲਾਈਵ ਕਰਨ ਦਾ ਯਤਨ ਕੀਤਾ। ਵਾਹਿਗੁਰੂ ਇਹਨਾਂ ਨੂੰ ਤਰੱਕੀਆਂ ਬਖਸ਼ਿਸ਼ ਕਰਨ, ਨਾਮ ਦੀ ਦਾਤ, ਸੇਵਾ ਸਿਮਰਨ ਦੀ ਦਾਤ ਬਖਸ਼ਿਸ਼ ਕਰਨ। ਆਪ ਸੰਗਤ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੇ ਲਾਹੇ ਪ੍ਰਾਪਤ ਕੀਤੇ ਆ। ਸਤਿਗੁਰੂ ਕਿਰਪਾ ਕਰਨ, ਨਾਮ ਬਾਣੀ ਦੀ ਦਾਤ, ਸੇਵਾ ਸਿਮਰਨ ਦੀ ਦਾਤ ਬਖਸ਼ਿਸ਼ ਕਰਨ। ਜੋ ਵੀ ਭਾਈ ਛੋਟੇ ਘੱਲੂਘਾਰੇ ਦੇ ਵਿੱਚ ਕੋਈ ਸਿੱਖ ਸਿੰਘ ਸ਼ਹੀਦ ਹੋਏ ਹੈ, ਬੱਚੇ ਸ਼ਹੀਦ ਹੋਏ ਹੈ, ਸੋ ਉਹਨਾਂ ਦੇ ਤਾਈਂ ਸਾਨੂੰ ਭਾਈ ਹਮੇਸ਼ਾ ਪ੍ਰਣਾਮ ਕਰਨੀ ਚਾਹੀਦੀ ਹੈ, ਉਹਨਾਂ ਨੂੰ ਹਰ ਵਕਤ ਯਾਦ ਰੱਖਣਾ ਚਾਹੀਦਾ ਹੈ, ਕਿਉਂਕਿ ਐਸੀਆਂ ਸ਼ਹੀਦੀਆਂ ਉਹਨਾਂ ਨੇ ਪਾਈਆਂ ਨੇ ਜਿਨ੍ਹਾਂ ਦੇ ਕਰਕੇ ਸਾਡਾ ਇਸ ਸੰਸਾਰ ਦੇ ਵਿੱਚ ਕੁਝ ਕੁ ਜਿਉਣਾ ਹੈ। ਕਿਉਂਕਿ ਜੇ ਉਹ ਸ਼ਹੀਦੀਆਂ ਨਾ ਪਾਉਂਦੇ, ਸਾਧ ਸੰਗਤ ਅੱਜ ਦਾ ਹਾਲ ਇਸ ਤਰ੍ਹਾਂ ਦਾ ਹੋ ਰਿਹਾ ਹੈ ਕਿ ਅਸੀਂ ਕਿਤੇ ਕਿਤੇ ਜਾ ਨਹੀਂ ਸਕਦੇ, ਕਿਤੇ ਉੱਠ ਨਹੀਂ ਸਕਦੇ, ਤੇ ਬਾਅਦ ਦੇ ਵਿੱਚ ਸਾਡਾ ਕੀ ਹਾਲ ਹੋਣਾ ਸੀ। ਫਿਰ ਉਹਨਾਂ ਨੇ ਐਸੇ ਸੰਸਾਰ ਦੇ ਵਿੱਚ ਇਹਨਾਂ ਨੇ ਕੀ ਸਾਡਾ ਹਾਲ ਕਰਨਾ ਸੀ। ਇਹ ਸਾਡੇ ਵੱਡਿਆਂ ਵਡੇਰਿਆਂ ਦੀ ਬਦੌਲਤ ਹੈ, ਉਹਨਾਂ ਨੇ ਸ਼ਹੀਦੀਆਂ ਪਾਈਆਂ, ਸਾਡੇ ਵੱਡਿਆਂ ਨੇ ਭਾਈ ਇਹ ਕੁਝ ਕੀਤਾ, ਨਾਮ ਦੇ ਵਿੱਚ ਰਹੇ ਆ, ਬੰਦਗੀ ਕੀਤੀ ਹੈ, ਉਹਨਾਂ ਦਾ ਦਿੱਤਾ ਅਸੀਂ ਖਾ ਰਹੇ ਹਾਂ। ਉਹਨਾਂ ਨੂੰ ਹਰ ਵਕਤ ਪ੍ਰਣਾਮ ਹੈ, ਐਸੇ ਮਹਾਂਪੁਰਖਾਂ ਨੂੰ, ਐਸੇ ਸ਼ਹੀਦਾਂ ਨੂੰ। ਸਤਿਗੁਰੂ ਗਰੀਬ ਨਵਾਜ ਕਿਰਪਾ ਕਰਨ, ਸਾਨੂੰ ਗੁਰ ਇਤਿਹਾਸ ਤੋਂ ਜਾਣੂ ਕਰਾਉਣ, ਆਪ ਹੀ ਕਿਰਪਾ ਕਰਕੇ ਨਾਮ ਦੀ ਦਾਤ, ਸੇਵਾ ਸਿਮਰਨ ਦੀ ਦਾਤ ਬਖਸ਼ਿਸ਼ ਕਰਨ। ਅਰਦਾਸ ਕਰਦਾ ਕਿ ਸਾਧ ਸੰਗਤ ਹਰ ਇੱਕ ਭਾਈ ਗੁਰਸਿੱਖ ਅਰਦਾਸ ਕਰਿਆ ਕਰੋ, ਨਿਤਨੇਮ ਤੋਂ ਬਾਅਦ ਵੀ, ਬਾਣੀ ਪੜ੍ਹਨ ਤੋਂ ਬਾਅਦ ਵੀ ਅਰਦਾਸ ਕਰਿਆ ਕਰੋ ਕਿ ਗੁਰੂ ਮਹਾਰਾਜ, ਇਹ ਜਿਹੜਾ ਐਸਾ ਭਿਆਨਕ ਸਮਾਂ ਸੰਸਾਰ ਦੇ ਉੱਪਰ ਵਾਪਰਿਆ ਹੋਇਆ ਹੈ, ਐਸਾ ਸਮਾਂ ਮਹਾਰਾਜ ਕੋਵਿਡ ਦਾ ਜਿਹੜਾ ਇੰਨਾ ਹੋ ਰਿਹਾ ਭਿਆਨਕ ਸਮਾਂ, ਸਾਡੇ ਐਡੇ ਐਡੇ ਗੁਰਮੁਖ ਮਹਾਂਪੁਰਸ਼ਾਂ ਨੂੰ ਇਹ ਕੋਵਿਡ ਦੀ ਜਿਹੜੀ ਬਿਮਾਰੀ ਹੈ ਲੈ ਕੇ ਜਾ ਰਹੀ ਹੈ। ਮਹਾਰਾਜ ਕਿਰਪਾ ਕਰੋ, ਇਸ ਜਲਦੇ ਹੋਏ ਸੰਸਾਰ ਨੂੰ ਤੁਸੀਂ ਆਪ ਹੀ ਰੱਖ ਲੈਣਾ ਕਰੋ। ਜਗਤ ਜਲੰਧਰ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰਾ ਉਬਰੈ ਤਤੈ ਲਿਹੋ ਉਬਾਰ। ਜਿੱਥੇ ਕਹਿੰਦੇ ਭਾਈ ਮਨੁੱਖ ਦਾ ਹਿੱਲਾ ਵਸਿੱਲਾ ਸਭ ਖਤਮ ਹੋ ਜਾਵੇ, ਉੱਥੇ ਗੁਰੂ ਦੇ ਅੱਗੇ ਅਰਦਾਸ ਕਰਨੀ ਚਾਹੀਦੀ ਹੈ। ਸਤਿਗੁਰੂ ਭਾਈ ਗੂੰਗਿਆਂ ਦੀ ਅਰਦਾਸ ਵੀ ਸੁਣ ਲੈਂਦਾ ਹੈ, ਅਸੀਂ ਤਾਂ ਗੁਰੂ ਕੇ ਸਿੱਖ ਹਾਂ, ਸਾਡੀ ਅਰਦਾਸ ਕਿਉਂ ਨਹੀਂ ਸੁਣੇਗਾ। ਸਤਿਗੁਰੂ ਕਿਰਪਾ ਕਰਨ। ਪਾਵਨ ਕਥਾ ਵਿਚਾਰਾਂ ਕਰਦਿਆਂ ਤੋਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਗੁਰਸਿੱਖ ਸੰਗਤਾਂ ਬਖਸ਼ਣ ਜੋਗੋ ਜੀ ਬਖਸ਼ ਲੈਣਾ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਜਿਤ ਕੋ ਲਾਇਆ ਤਿਤ ਹੀ ਲਾਗਾ, ਤੈਸੇ ਕਰਮ ਕਮਾਵੈ। ਕਹੋ ਕਬੀਰ ਜਿਸ ਸਤਿਗੁਰ ਭੇਟੈ, ਪੁਨਰਪ ਜਨਮ ਨਾ ਆਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।